खेती कानूनां दी असल हकीकत ते तानाशाही दा जोर कि देश दे किसानां नूं बनाया जा रहा है कमजोर। सोशल मीडिया दियां अफवाहां तो दूर जिथे होवेगी सिद्धी ते दो टुक खेती कानूनां दी असल कोख ज्ञान दियां गल्लां ते जे हुण भी शिकंजा कसिया ने फेर ना कहना दस्सिया नहीं, फिर ना कहना दस्सिया नहीं दे विच अज गल करांगे APMC मंडियां दे इतिहास दी। व्यापारी हथों किसानां दा शोषण होण तो किस तरह अंग्रेज़ां ने किसानां नूं बचाया सी, किस तरह व्यापारी किसानां नूं लुटते रहे कि व्यापारी किसानां दी जमीन ते कर सकते हैं कब्जा। राज दियां सरकारां दी कानूनां अगे क्यों नहीं चलदी, रॉयल कमीशन दा क्यों कीता गया सी गठन, कानूनां दे सहारे किस तरह व्यापारी किसानां नूं लुट सकता है। होर भी तमाम बरीकियां नूं नेड़ियों जानन दी कोशिश करांगे। पेशे तो एक वकील ते इंडो टिबेटन बॉर्डर पुलिस फोर्स दी साबका डिप्टी जज अटॉर्नी जनरल रह चुकी करुणाजीत कौर दे नाल इन्हां कानूनां दे उन्हां पहलुआं ते नज़र दौड़ावांगे जिन्हां तो तुसीं बेखबर रहने हो। सो मैम ਇਹ ਜੋ ਖੇਤੀ ਕਾਨੂੰਨ ਹੈਗੇ ਆ, ਪਹਿਲਾਂ ਤਾਂ ਇਹ ਖੇਤੀ ਕਾਨੂੰਨ ਕੀ ਹੈ, ਇਹਨਾਂ ਦਾ ਨਾਮ ਕੀ ਹੈ, ਤੇ ਪੰਜਾਬੀ ਦੇ ਵਿੱਚ ਜੇ ਇਹਦਾ ਤਰਜੁਮਾ ਕਰਨਾ ਹੋਵੇ, ਟਰਾਂਸਲੇਸ਼ਨ ਕਰਨੀ ਹੋਵੇ ਤਾਂ ਉਹ ਕੀ ਹੋਵੇਗੀ? ਜੀ ਇਹ 3 ਕਾਨੂੰਨ ਪਾਸ ਹੋਏ ਆ। ਇਹਨਾਂ ਤਿੰਨਾਂ ਵਿੱਚੋਂ ਜਿਹੜੇ 2 ਕਾਨੂੰਨ ਹੈਗੇ ਆ ਉਹ ਬਿਲਕੁਲ ਨਵੇਂ ਨੇ ਤੇ ਇੱਕ ਜਿਹੜਾ ਕਾਨੂੰਨ ਹੈਗਾ ਉਹ ਸੋਧ ਕਾਨੂੰਨ ਹੈ। ਇਹਨਾਂ ਦੇ ਜੇ ਨਾਮ ਜਿਹੜੇ ਹੈਗੇ ਆ ਸਿਰਲੇਖ ਅੰਗਰੇਜ਼ੀ ਦੇ ਵਿੱਚ ਦ ਫਾਰਮਰਸ ਐਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਅਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਐਕਟ 2020 ਭਾਵ ਕਿਸਾਨਾਂ ਦੁਆਰਾ ਇਕਰਾਰਨਾਮਾ ਅਧਿਨਿਯਮ 2020। ਦੂਸਰਾ ਹੈ ਦ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਐਕਟ 2020 ਭਾਵ ਖੇਤੀ ਉਪਜ ਵਣਜ ਅਤੇ ਵਪਾਰ ਅਧਿਨਿਯਮ 2020। ਤੀਸਰਾ ਹੈ ਅਸੈਂਸ਼ੀਅਲ ਕਮੋਡਿਟੀਜ਼ ਐਕਟ 2020। ਦਿਸ ਇਜ਼ ਬੇਸਿਕਲੀ ਇਹ ਅਮੈਂਡਮੈਂਟ ਐਕਟ ਹੈਗਾ। ਇਹਦਾ ਭਾਵ ਜ਼ਰੂਰੀ ਵਸਤਾਂ ਅਧਿਨਿਯਮ 2020 ਸੋਧ ਕਾਨੂੰਨ। ਇਹ ਜਿਹੜੇ 3 ਕਾਨੂੰਨ ਹੈਗੇ ਆ ਇਹ ਭਾਰਤ ਸਰਕਾਰ ਨੇ ਫਿਲਹਾਲ ਪਾਸ ਕੀਤੇ ਆ, ਜਿਨ੍ਹਾਂ ਦੇ ਉੱਤੇ ਬਹੁਤ ਜਿੱਦਾਂ ਸਭ ਜਾਣਦੇ ਆ ਕਿ ਰੌਲਾ ਪਿਆ ਹੋਇਆ कि मंडियों को बंद कर दिया जाएगा। मैं आपको फिर ध्यान दिलाना चाहता हूं कि इन कानूनों को लागू हुए कई महीने बीत गए हैं। क्या आपने देश के किसी एक कोने में एक भी मंडी के बंद होने की खबर सुनी है? ਜਦੋਂ ਅਸੀਂ ਇਹਨਾਂ ਕਾਨੂੰਨਾਂ ਬਾਰੇ ਗੱਲ ਕਰਦੇ ਹਾਂ ਤਾਂ ਅਕਸਰ ਇਸ ਦੇ ਨਾਲ ਇੱਕ ਅਲਫਾਜ਼, ਇੱਕ ਸ਼ਬਦ ਆਪਣੇ ਆਪ ਜੁੜਦਾ, ਉਹ ਹੈਗਾ ਕਾਲੇ ਕਾਨੂੰਨ। ਕਾਲੇ ਕਾਨੂੰਨ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਅਸੀਂ ਲੋਕਾਂ ਕੋਲੋਂ ਪੁੱਛਦੇ ਹਾਂ ਤਾਂ ਓਵਰਵਿਊ ਜੇ ਲਿੱਤਾ ਜਾਵੇ ਤਾਂ ਉਹ ਇਹ ਕਹਿੰਦੇ ਨੇ ਕਿ ਮੰਡੀਆਂ ਖਤਮ ਹੋ ਜਾਣਗੀਆਂ। ਪਰ ਜਦੋਂ ਵੀ ਮੋਦੀ ਸਾਹਿਬ ਭਾਸ਼ਣ ਦਿੰਦੇ ਆ, ਉਹਨਾਂ ਦੀ ਸਪੀਚ ਸੁਣ ਕੇ ਲੋਕਾਂ ਨੂੰ, ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਭਾਸ਼ਾ ਦੇ ਵਿੱਚ ਅੰਧ ਭਗਤ ਵੀ ਕਿਹਾ ਜਾਂਦਾ, ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਉਹ ਲਾਈ ਲੱਗ ਹੈਗੇ ਨੇ। ਜਿੱਦਾਂ ਵੀ ਮੋਦੀ ਸਾਹਿਬ ਨੇ ਕਹਿਤਾ ਕਿ ਤਾੜੀਆਂ ਵਜਾ ਲਓ, ਥਾਲੀਆਂ ਖੜਕਾ ਲਓ, ਉਸੇ ਤਰੀਕੇ ਨਾਲ ਚੱਲਦੇ ਆ ਉਹ ਲੋਕ। ਉਹਨਾਂ ਦੀ ਗੱਲ ਮੰਨਦੇ, ਉਹ ਕਹਿੰਦੇ ਨੇ ਕਿ ਕਿਤੇ ਵੀ ਕਾਨੂੰਨ ਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਮੰਡੀਆਂ ਖਤਮ ਹੋ ਜਾਣਗੀਆਂ। ਫਿਰ ਜਦੋਂ ਇਹ ਸਵਾਲ ਖੜਾ ਹੁੰਦਾ ਕਿ ਮੰਡੀਆਂ ਖਤਮ ਹੋ ਜਾਣਗੀਆਂ, ਨਹੀਂ ਹੋ ਜਾਣਗੀਆਂ, ਤਾਂ ਪਹਿਲਾ ਸਵਾਲ ਇਹ ਵੀ ਖੜਾ ਹੁੰਦਾ ਕਿ ਮੰਡੀਆਂ ਹੈਗੀਆਂ ਕੀ ਨੇ, APMC ਮੰਡੀਆਂ ਹੁੰਦੀਆਂ ਕਿਵੇਂ ਆ, ਇਹ ਕਿਵੇਂ ਤਿਆਰ ਹੁੰਦੀਆਂ ਨੇ, ਇਹਨਾਂ ਨੂੰ ਲੈ ਕੇ ਕਿਉਂ ਆਇਆ ਜਾਂਦਾ, ਇਹਦੇ ਬਾਰੇ ਜਾਣਕਾਰੀ ਦਿਓ ਜੀ। ਇਹ ਕਾਨੂੰਨਾਂ ਨੂੰ ਸਮਝਣ ਦੇ ਲਈ ਤੁਸੀਂ ਬਿਲਕੁਲ ਸਹੀ ਕਿਹਾ, ਸਾਨੂੰ ਥੋੜਾ ਇਤਿਹਾਸ ਦੇ ਵਿੱਚ ਜਾਣ ਦੀ ਲੋੜ ਹੈ। ਸਾਨੂੰ ਸਮਝਣ ਦੀ ਲੋੜ ਹੈ ਕਿ ਕਿਸਾਨ ਦਾ ਤੇ ਵਪਾਰੀ ਦਾ ਆਪਸੀ ਰਿਸ਼ਤਾ ਕੀ ਹੈ, ਔਰ ਇਹ ਰਿਸ਼ਤਾ ਬਹੁਤ ਪਿੱਛੇ ਜਾਂਦਾ ਹੈ। ਜਦ ਸਾਡਾ ਸਮਾਜ ਸੱਭਿਅਤਾ ਆਣੀ ਸ਼ੁਰੂ ਹੋਈ, ਪਹਿਲੇ ਤਾਂ ਕਿਸਾਨ ਆਪਣੇ ਗੁਜ਼ਾਰੇ ਜੋਗਾ ਆਪਣਾ ਉਗਾਉਂਦਾ ਸੀ ਤੇ ਖਾਂਦਾ ਸੀ। ਜਿੱਦਾਂ ਜਿੱਦਾਂ ਫਿਰ ਉਹਦੀ ਫਸਲ ਜਿਹੜੀ ਹੈਗੀ ਉਹਦਾ ਉਤਪਾਦਨ ਵੱਧਦਾ ਗਿਆ ਤੇ ਇਹ ਇੱਕ ਸਿਲਸਿਲਾ ਚੱਲਿਆ ਕਿ ਉਹ ਜਿਹੜਾ ਉਹ ਕੋ ਬਚਦਾ ਸੀਗਾ ਉਹਨੂੰ ਉਹਨੇ ਵੇਚਣਾ ਸ਼ੁਰੂ ਕਰ ਦਿੱਤਾ ਵਪਾਰੀਆਂ ਦੇ ਕੋਲ। ਤੇ ਜਦ ਤੋਂ ਕਿਸਾਨ ਨੇ ਵਪਾਰੀ ਨੂੰ ਵੇਚਣਾ ਸ਼ੁਰੂ ਕੀਤਾ ਹੈ, ਜਿੰਨਾ ਹੀ ਪੁਰਾਣਾ ਇਹਨਾਂ ਦਾ ਰਿਸ਼ਤਾ ਹੈ ਓਨਾ ਹੀ ਪੁਰਾਣਾ ਜਿਹੜਾ ਵਪਾਰੀ ਦੇ ਹੱਥੋਂ ਕਿਸਾਨ ਦਾ ਅਤਿਆਚਾਰ ਹੈ ਉਹ ਹੈ। ਅਸੀਂ ਜਾਣਦੇ ਹਾਂ ਕਿ ਅੰਗਰੇਜ਼ ਜਿਹੜੇ ਹੈਗੇ ਇੱਕ ਵਪਾਰੀ ਜਮਾਤ ਸੀ ਔਰ ਉਹ ਹਿੰਦੁਸਤਾਨ ਦੇ ਵਿੱਚ ਵਪਾਰ ਕਰਨ ਹੀ ਆਏ ਸੀ ਤੇ ਜਿਹੜੇ ਸਥਾਨਕ ਵਪਾਰੀ ਹੈਗੇ ਆ ਇੱਥੇ ਉਹਨਾਂ ਦੇ ਨਾਲ ਉਹਨਾਂ ਨੂੰ ਕਾਫੀ ਸਿੰਪਥੀ ਸੀ। ਪਰ ਫਿਰ ਵੀ ਅੰਗਰੇਜ਼ਾਂ ਨੂੰ ਇਹ ਫੀਲ ਹੋਇਆ ਕਿ ਜਿਹੜਾ ਹਿੰਦੁਸਤਾਨ ਦਾ ਕਿਸਾਨ ਹੈ ਇਹਦੀ ਬਹੁਤ ਦੁਰਗਤੀ ਹੁੰਦੀ ਹੈ ਇੱਥੇ ਦੇ ਵਪਾਰੀ ਦੇ ਹੱਥੋਂ। ਇਹ ਅੰਗਰੇਜ਼ਾਂ ਨੂੰ ਮਹਿਸੂਸ ਹੋਇਆ। ਅੰਗਰੇਜ਼ ਜੋ ਕਿ ਖੁਦ ਇੱਕ ਵਪਾਰੀ ਜਮਾਤ ਸੀਗੇ, ਉਹਨਾਂ ਨੂੰ ਵੀ ਇਹ ਫੀਲ ਹੋਇਆ ਕਿ ਜਿਹੜਾ ਹਿੰਦੁਸਤਾਨ ਦਾ ਵਪਾਰੀ ਹੈ ਉਹ ਕਿਸਾਨ ਦੀ ਬਹੁਤ ਲੁੱਟ ਖਸੁੱਟ ਕਰਦਾ ਹੈ, ਔਰ ਜੇ ਇਹ ਲੁੱਟ ਖਸੁੱਟ ਇੱਦਾਂ ਹੀ ਕੀਤੀ ਜਾਣ ਦੀ ਖੁੱਲ੍ਹ ਦਿੱਤੀ ਰਹੀ ਤੇ ਇੱਕ ਦਿਨ ਇਹ ਆ ਜਾਏਗਾ ਕਿ ਹਿੰਦੁਸਤਾਨ 'ਚ ਰੋਟੀ ਦੇ ਲਾਲੇ ਪੈ ਜਾਣਗੇ। ਤੇ ਅੰਗਰੇਜ਼ਾਂ ਨੇ ਕਈ ਕਮੇਟੀਜ਼ ਬਿਠਾਈਆਂ, ਕਈ ਕਮਿਸ਼ਨਸ ਬਿਠਾਏ। ਇੱਕ ਰਾਇਲ ਕਮਿਸ਼ਨ ਬੈਠਿਆ 1929 ਦੇ ਵਿੱਚ, ਜਿਹਨੇ ਫਿਰ ਪੂਰੀ ਸਟੱਡੀ ਕੀਤੀ ਔਰ ਇੱਕ ਰਿਪੋਰਟ ਦਿੱਤੀ। ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਹਿੰਦੁਸਤਾਨ ਦੇ ਵਿੱਚ 3 ਤਰ੍ਹਾਂ ਦੇ ਕਿਸਾਨ ਹੈਗੇ, 3 ਪੱਧਰ ਦੇ ਕਿਸਾਨ ਹੈਗੇ ਆ। ਇੱਕ ਤਾਂ ਸਭ ਤੋਂ ਜਿਹੜੇ ਸੁਪੀਰੀਅਰ ਉੱਪਰਲੀ ਵਰਗ ਦੇ,
ਮੱਧਮ ਵਰਗ ਦੇ ਤੇ ਨਿਚਲੀ ਵਰਗ ਦੇ। ਇਹ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜੀ, ਇਹ ਜਿਹੜੀ ਰਾਇਲ ਕਮਿਸ਼ਨ ਰਾਇਲ ਕਮਿਸ਼ਨ ਜੀ ਅੰਗਰੇਜ਼ਾਂ ਦੀ ਸੀ, ਤੇ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਕਿਹਾ ਕਿ ਇਹ ਜਿਹੜੇ ਤਿੰਨੋਂ ਵਰਗ ਦੇ ਕਿਸਾਨ ਹੈਗੇ ਆ, ਇਹਨਾਂ ਦੀ ਆਪੋ ਆਪਣੇ ਤਰੀਕੇ ਦੇ ਨਾਲ ਵਪਾਰੀਆਂ ਦੇ ਹੱਥ ਲੁੱਟ ਕਸੁੱਟ ਹੁੰਦੀ ਹੈ। ਅੱਛਾ। ਤੇ ਫਿਰ ਉਹਦੇ ਵਿੱਚ ਉਹਨਾਂ ਨੇ ਥੋੜਾ ਦੱਸਿਆ ਵੀ ਕਿ ਜਿਹੜਾ ਉੱਪਰਲੇ ਵਰਗ ਦਾ ਵਪਾਰੀ ਹੈ, ਉਹ ਜਦ ਆਪਣੀ ਫਸਲ ਲੈ ਕੇ ਜਾਂਦਾ ਹੈ ਵਪਾਰੀ ਦੇ ਕੋਲ, ਤੇ ਵਪਾਰੀ ਉਹਨੂੰ ਕਹਿ ਛੱਡਦਾ ਹੈ ਕਿ ਠੀਕ ਹੈ ਆਪਣੀ ਫਸਲ ਇੱਥੇ ਸੁੱਟ ਜਾ, ਜਿੱਦਣ ਵਿਕੇਗੀ ਤੈਨੂੰ ਪੈਸੇ ਦੇ ਦੇਵਾਂਗੇ। ਤੇ ਫਿਰ ਉਹ ਕਿੰਨੇ ਦੀ ਵਿਕਦੀ ਸੀ, ਕਿੱਦਾਂ ਵਿਕਦੀ ਸੀ, ਇਹਦਾ ਕਿਸਾਨ ਨੂੰ ਕੋਈ ਪਤਾ ਨਹੀਂ ਸੀ ਹੁੰਦਾ, ਉਹਨੂੰ ਪੈਸੇ ਕਿੰਨੇ ਮਿਲਦੇ ਸੀ ਕਿੰਨੇ ਨਹੀਂ, ਇਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਸੀ। ਫਿਰ ਜਿਹੜਾ ਮੱਧਮ ਵਰਗ ਦਾ ਸੀਗਾ ਕਿਸਾਨ, ਉਹਦੇ ਕੋਲ ਇਹ ਆਜ਼ਾਦੀ ਵੀ ਨਹੀਂ ਸੀ ਕਿ ਉਹ ਇਹ ਚੂਜ਼ ਕਰ ਸਕੇ ਕਿ ਕਿਸ ਟਰੇਡਰ ਨੂੰ ਉਹਨੇ ਵੇਚਣ ਜਾਣਾ ਹੈ, ਕਿਉਂਕਿ ਉਹਨੇ ਪਹਿਲੇ ਹੀ ਬਾਜ਼ਾਰ 'ਚ ਉਧਾਰ ਚੱਕਿਆ ਹੁੰਦਾ ਸੀ, ਪੂਰਾ ਸਾਲ ਸੀ ਉਧਾਰ ਲੈ ਕੇ ਹੀ ਉਹ ਆਪਣੀ ਫਸਲ ਬੀਜਦਾ ਸੀ, ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ, ਕੋਈ ਦਵਾ ਦਾਰੂ, ਤੇ ਇਸ ਕਰਕੇ ਉਹ ਕੋਈ ਚੋਇਸ ਵੀ ਨਹੀਂ ਸੀਗੀ ਕਿ ਉਹਨੇ ਕਿਹਨੂੰ ਵੇਚਣਾ ਹੈ। ਜੇ ਤੋਂ ਉਹਨੇ ਪੈਸੇ ਫੜੇ ਹੋਏ ਆ ਉੱਥੇ ਹੀ ਉਹਨੂੰ ਜਾ ਕੇ ਦੇਣਾ ਪੈਂਦਾ ਸੀਗਾ, ਔਰ ਜੋ ਉਸ ਫਸਲ 'ਚੋਂ ਉਹਨੂੰ ਫਾਇਦਾ ਤਾਂ ਕੀ ਹੁੰਦਾ ਸੀਗਾ, ਉਹ ਪੈਸੇ ਜਿਹੜੇ ਆਉਂਦੇ ਸੀਗੇ ਉਹਨਾਂ ਉਹਦਾ ਜਿਹੜਾ ਪਹਿਲੇ ਵਾਲਾ ਵਿਆਜ ਹੈ ਉਹੀ ਪੂਰਾ ਨਹੀਂ ਹੁੰਦਾ ਸੀ, ਤੇ ਸੂਦ ਉਦੋਂ ਹੀ ਰਹਿ ਜਾਂਦਾ ਸੀ, ਤੇ ਉਹ ਅਗਲਾ ਉਧਾਰ ਚੱਕ ਕੇ ਘਰ ਨੂੰ ਵਾਪਸ ਆ ਜਾਂਦਾ ਸੀ। ਤੇ ਜਿਹੜੇ ਬਿਲਕੁਲ ਥੱਲੜੇ ਲੈਵਲ ਦੇ ਕਿਸਾਨ ਸੀਗੇ, ਉਹ ਵਰਗ ਦੀ ਹਾਲਤ ਇੰਨੀ ਮਾੜੀ ਸੀ ਕਿ ਜਿਹੜਾ ਪਿੰਡ ਦਾ ਹੀ ਸ਼ਾਹੂਕਾਰ ਹੁੰਦਾ ਸੀ, ਸਾਰੀ ਫਸਲ ਉਹਨੂੰ ਹੀ ਚੁਕਾ ਦਿੰਦੇ ਸੀ, ਕਿਉਂਕਿ ਉਹ ਤੋਂ ਉਹਨਾਂ ਨੇ ਪੈਸੇ ਫੜੇ ਹੁੰਦੇ ਸੀ। ਤੇ ਇਸ ਕਰਕੇ ਬਹੁਤ ਐਕਸਟ੍ਰੀਮ ਐਕਸਪਲੋਇਟੇਸ਼ਨ ਸੀ। ਅਸੀਂ ਅੱਗੇ ਗੱਲ ਕਰਾਂਗੇ ਕਿ ਟਾਈਪਸ ਆਫ ਐਕਸਪਲੋਇਟੇਸ਼ਨ ਹੋਰ ਕੀ ਵਪਾਰੀ ਦੇ ਹੱਥ ਸਾਡੇ ਕਿਸਾਨਾਂ ਦੀ ਉਸ ਜ਼ਮਾਨੇ 'ਚ ਹੁੰਦੀ ਰਹੀ ਹੈ। ਤੇ ਫਿਰ ਰਾਇਲ ਕਮਿਸ਼ਨ ਨੇ ਇਹ ਪ੍ਰਪੋਜ਼ਲ ਦਿੱਤਾ, ਇਹ ਰਿਕਮੈਂਡ ਕੀਤਾ ਅੰਗਰੇਜ਼ਾਂ ਨੂੰ ਕਿ ਸਟੇਟ ਨੀਡਸ ਟੂ ਰੈਗੂਲੇਟ ਜਿਹੜੀ ਕਿਸਾਨੀ ਦੀ ਉਪਜ ਹੈਗੀ ਹੈ, ਜਿਹੜਾ ਉਹਦੀ ਮਾਰਕੀਟਿੰਗ ਹੈ, ਉਹਦੇ ਵਿੱਚ ਸਟੇਟ ਦੇ ਕੰਟਰੋਲ ਦੀ ਲੋੜ ਹੈਗੀ ਹੈ। ਤੇ ਮੇਰੇ ਖਿਆਲ 1932 ਜਾਂ 33 ਦੇ ਵਿੱਚ ਪਹਿਲਾ APMC ਐਕਟ, ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਐਕਟ ਹੈਗਾ ਆ, ਇਹ ਮੈਡਰਾਸ ਪ੍ਰੈਜ਼ੀਡੈਂਸੀ ਦੇ ਵਿੱਚ ਬਣਿਆ ਸੀ। ਉਹ ਤੋਂ ਬਾਅਦ ਮੁਲਕ ਆਜ਼ਾਦ ਹੋਇਆ ਤੇ ਕਈ ਸੂਬਿਆਂ ਦੇ ਵਿੱਚ ਵੀ ਥੋੜੇ ਬਹੁਤੇ ਨਾਮ ਦੇ ਫਰਕ ਨਾਲ, ਔਰ ਆਲਮੋਸਟ ਉਹਨਾਂ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਸੀਗੀਆਂ ਉਹ ਸੇਮ ਹੀ ਸੀਗੀਆਂ, ਕੁਝ ਥੋੜੇ ਬਹੁਤੇ ਫਰਕਾਂ ਦੇ ਨਾਲ ਕਈ ਸੂਬਿਆਂ ਦੇ ਵਿੱਚ ਵੀ ਅਡਾਪਟ ਕੀਤੀਆਂ ਗਈਆਂ। ਸਾਡੇ ਪੰਜਾਬ ਐਂਡ ਹਰਿਆਣਾ ਦੇ ਵਿੱਚ ਵੀ ਇਹ ਐਕਟ ਹੈਗਾ, ਜਿਹੜਾ APMC ਐਕਟ ਹੈ। ਹੁਣ ਜਿਹੜਾ APMC ਐਕਟ ਹੈ, ਇਹਦੇ ਵਿੱਚ ਕਿਸਾਨ ਦਾ ਜਿਹੜਾ ਸ਼ੋਸ਼ਣ ਹੈ ਉਹਨੂੰ ਰੋਕਣ ਦੇ ਲਈ ਪ੍ਰੋਵੀਜ਼ਨਸ ਸੀਗੇ। ਔਰ ਆਪਾਂ ਡਿਟੇਲ 'ਚ ਨਾ ਵੀ ਗੱਲ ਕਰੀਏ ਤੇ ਜੇ ਅਸੀਂ ਲੇਮੈਨ ਨੂੰ ਸਮਝਾਉਣਾ ਹੋਵੇ ਤਾਂ ਦੋ ਹੀ ਪ੍ਰੋਵੀਜ਼ਨਸ ਉਹਦੇ ਕਾਫੀ ਹੈਗੇ ਆ। ਇੱਕ ਪ੍ਰੋਵੀਜ਼ਨ ਇਹ ਸੀਗਾ ਕਿ APMC ਐਕਟ ਆਉਣ ਤੋਂ ਪਹਿਲਾਂ ਜਿਹੜੀ ਕਿਸਾਨ ਦੀ ਫਸਲ ਹੈਗੀ ਹੈ, ਜਦੋਂ ਉਹਨੂੰ ਵੇਚਦਾ ਸੀਗਾ ਤੇ ਉਹ ਵਪਾਰੀ ਦੇ ਕੋਲ ਜਾ ਕੇ ਵੇਚਦਾ ਸੀ, ਉਹਦੀ ਕੋਈ ਨਿਸ਼ਚਿਤ ਜਗ੍ਹਾ ਨਹੀਂ ਸੀ ਵੇਚਣ ਦੀ। ਉਹ ਕਿਤੇ ਵੀ ਜਾਂ ਤਾਂ ਵਪਾਰੀ ਦੇ ਅੱਡੇ ਤੇ ਜਾਏਗਾ ਜਾਂ ਵਪਾਰੀ ਕਿਤੇ ਹੋਰ ਉਤੋਂ ਚੱਕ ਲਏਗਾ। ਤੇ ਜਦ ਤੁਸੀਂ ਆਪਣੀ ਚੀਜ਼ ਕਿਸੇ ਦੇ ਅੱਡੇ ਤੇ ਜਾਂਦੇ ਹੋ ਤਾਂ ਜਿਹਦਾ ਅੱਡਾ ਹੈਗਾ ਆ, ਉਹਦਾ ਜਿਹੜਾ ਹੈ ਉੱਪਰ ਹੋ ਜਾਂਦਾ ਤੁਹਾਡੇ ਤੋਂ ਹੱਥ, ਉਹਦੀ ਹੈਜਮਨੀ। ਬਿਲਕੁਲ। ਔਰ ਇਹਦੇ ਵਿੱਚ ਜਸਟ ਫॉर ਐਗਜ਼ਾਮਪਲ, ਜਿੱਦਾਂ ਕਿਸਾਨ ਮੰਨ ਲਓ ਵਪਾਰੀ ਦੇ ਕੋਲ ਗਿਆ ਆ ਤੇ ਵਪਾਰੀ ਉਹਨੂੰ ਕਹਿੰਦਾ ਸੀਗਾ ਕਿ ਠੀਕ ਹੈ ਤੂੰ ਇੱਥੇ ਫਸਲ ਰੱਖ ਦੇ, ਉਹ ਰੱਖਣ ਦਾ ਕਿਰਾਇਆ, ਫਸਲ ਜਿੰਨੀ ਮਰਜ਼ੀ ਸਾਫ਼ ਹੋਵੇ, ਫਿਰ ਵਪਾਰੀ ਕਹਿੰਦਾ ਸੀ ਕਿ ਇਹਦੀ ਸਫਾਈ ਮੈਂ ਕਰਾਉਣੀ ਹੈ, ਸਫਾਈ ਦੇ ਪੈਸੇ। ਫਿਰ ਜਦੋਂ ਸਫਾਈ ਕਰਦਾ ਸੀ 10% ਫਸਲ ਉਦੋਂ ਵਿੱਚੋਂ ਕੱਢ ਲੈਂਦਾ ਸੀ ਕਿ ਇਹ ਗੰਦੀ ਹੈ, ਔਰ ਉਹ ਆਪਣੇ ਮਜ਼ਦੂਰ ਨੂੰ ਚੁਕਾ ਦਿੰਦਾ ਸੀ। ਔਰ ਫਿਰ ਜੇ ਕਿਸਾਨ ਹੈ ਉਹ ਆਪਣੀ ਫਸਲ ਲੈ ਕੇ ਗਿਆ ਆ, ਉਹਨੇ ਕੋਈ ਰੋਟੀ ਖਾਣ ਜਾਣਾ ਆ, ਕੋਈ ਬਾਹਰ ਜਾਣਾ ਆ, ਤੇ ਜਿੰਨੀ ਦੇਰ ਗਿਆ ਆ ਆਪਣੇ ਮਜ਼ਦੂਰ ਨੂੰ ਕਹਿ ਕੇ ਵੀ 2 ਪੀਪੇ ਚੱਕ ਲਾ, ਉਹ ਉੱਥੋਂ ਕਢਾ ਦੇਣੀ। ਫਿਰ ਵੇਟਸ ਦੀ ਗੱਲ ਆ ਜਾਂਦੀ ਹੈ, ਕੋਈ ਸਟੈਂਡਰਡਾਈਜ਼ਡ ਵੇਟਸ ਨਹੀਂ ਸੀਗੇ, ਹਰ ਵਪਾਰੀ ਦੇ ਕੋਲ ਆਪਣੀ ਤਕੜੀ ਸੀਗੀ, ਆਪਣੇ ਬੱਟੇ ਸੀਗੇ, ਔਰ ਫਿਰ ਉਹ ਡੰਡੀ ਮਾਰਦੇ ਸੀਗੇ ਉਹਦੇ ਵਿੱਚ। ਤੇ ਇੱਦਾਂ ਬਹੁਤ ਸਾਰੀਆਂ ਐਕਸਪਲੋਇਟੇਸ਼ਨਸ ਆ ਜਿਹਨਾਂ ਨੂੰ ਸ਼ਾਇਦ ਇੱਕ ਐਪੀਸੋਡ 'ਚ ਗਿਣਿਆ ਵੀ ਨਹੀਂ ਜਾ ਸਕਦਾ, ਉਹ ਜਿਹੜੀਆਂ ਕਿਸਾਨ ਦੀਆਂ ਵਪਾਰੀ ਦੇ ਹੱਥੋਂ ਹੁੰਦੀਆਂ ਸੀਗੀਆਂ ਜਦੋਂ ਉਹਦੇ ਅੱਡੇ ਤੇ ਵੇਚਣ ਜਾਂਦਾ ਸੀਗਾ। 1932 ਦਾ ਕਿਹੜੀ ਪ੍ਰੈਜ਼ੀਡੈਂਸੀ ਦਾ ਤੁਸੀਂ? ਮੈਡਰਾਸ। ਹਾਂਜੀ। ਹੁਣ ਜਦੋਂ ਅੰਗਰੇਜ਼ਾਂ ਨੇ ਇਹ ਗੱਲ ਦੇਖੀ ਤੇ ਫਿਰ ਉਹਨਾਂ ਨੇ ਜਿਹੜਾ APMC ਐਕਟ ਬਣਾਇਆ, ਉਹਦੇ ਜਿਹੜੇ 2 ਮੁੱਖ ਧਾਰਾਵਾਂ ਸੀਗੀਆਂ ਉਹ ਇਹ ਸੀਗੀਆਂ ਕਿ ਉਹਨਾਂ ਨੇ ਰਿਸਟ੍ਰਿਕਟ ਕਰਤਾ ਕਿ ਜਿਹੜਾ ਫਾਰਮਰ ਦਾ ਪ੍ਰੋਡਿਊਸ ਹੈ, ਜੇ ਵਪਾਰੀ ਨੇ ਉਹ ਖਰੀਦਣਾ ਆ ਤਾਂ ਇੱਕ ਸਰਕਾਰੀ ਮੰਡੀ ਦੀ 4 ਦੀਵਾਰੀ ਦੇ ਵਿੱਚ ਹੀ ਖਰੀਦੇਗਾ। ਅੱਛਾ। ਮਤਲਬ ਉਹਦਾ ਜਿਹੜਾ ਅੱਡਾ ਹੈ ਉਹ ਚੇਂਜ ਹੋ ਕੇ ਸਰਕਾਰੀ ਮੰਡੀ ਹੋ ਗਿਆ। ਔਰ ਜਿਹੜੀ ਸਰਕਾਰੀ ਮੰਡੀ ਦੇ ਵਿੱਚ ਫਿਰ ਰੂਲਸ ਐਂਡ ਰੈਗੂਲੇਸ਼ਨ ਸੀਗੇ। ਇੱਕ ਤਾਂ ਇਹ ਹੈ ਕਿ ਸਰਕਾਰ ਦੀ ਨਿਗਰਾਨੀ ਦੇ ਵਿੱਚ ਹੁੰਦਾ ਸੀਗਾ, ਤੇ ਜਿਹੜੇ ਉੱਥੇ ਸਟੈਂਡਰਡਾਈਜ਼ਡ ਵੇਟ ਸੀਗੇ। ਹੁਣ ਜਦੋਂ ਕਿਸਾਨ ਆਪਣੀ ਫਸਲ ਲੈ ਕੇ ਜਾਂਦਾ ਸੀਗਾ ਤੇ ਉਹਨੂੰ ਇਹ ਟੈਨਸ਼ਨ ਨਹੀਂ ਸੀ ਕਿ ਇਹਨੂੰ ਮੈਂ ਰੱਖਣ ਦਾ ਕਿਰਾਇਆ ਦੇਣਾ ਆ, ਉੱਥੇ ਫੜ ਬਣੇ ਹੋਏ ਆ, ਜਾਂ ਮੈਂ ਇਹਦੀ ਸਫਾਈ ਦੇ ਅਲੱਗ ਪੈਸੇ ਦੇਣੇ ਆ, ਜਾਂ ਇਹਨੂੰ ਮੈਂ ਬੋਰੀਆਂ ਦੇ ਵਿੱਚ ਪੈਕ ਕਰਾ ਕੇ ਜਿੱਥੇ ਵਪਾਰੀ ਦਾ ਘਰ ਆ ਜਾਂ ਉਹਦਾ ਗੋਡਾਊਨ ਹੈਗਾ ਮੈਂ ਉੱਥੇ ਲੈ ਕੇ ਜਾਣਾ ਆ। ਇੱਥੇ ਉਹਨੇ ਸਿਰਫ ਆਪਣੀ ਟਰਾਲੀ ਦੇ ਵਿੱਚ ਜਾਂ ਆਪਣੇ ਗੱਡੇ ਦੇ ਵਿੱਚ ਫਸਲ ਪਾਣੀ ਹੈ ਤੇ ਉੱਥੇ ਉਹਨੂੰ ਫੜ ਮਿਲ ਜਾਣਾ ਹੈ, ਵਿਚ ਇਜ਼ ਫ੍ਰੀ ਆਫ ਕਾਸਟ। ਉੱਥੇ ਰੱਖ ਦੇਗਾ, ਉਹਨੂੰ ਕੋਈ ਇਹ ਪ੍ਰੋਬਲਮ ਨਹੀਂ ਹੈ ਕਿ ਕੋਈ ਮੀਂਹ ਹਨੇਰੀ ਆ ਗਈ ਉਹ ਫਸਲ ਨੂੰ ਕੀ ਕਰੇਗਾ। ਅਦਰਵਾਈਜ਼ ਪਹਿਲੇ ਇਹ ਵੀ ਪ੍ਰੋਬਲਮ ਹੁੰਦੀ ਸੀ, ਮੀਂਹ ਆ ਜਾਵੇ ਤਾਂ ਫਿਰ ਵਪਾਰੀ ਨੇ ਕਹਿਣਾ ਰਾਤੀ ਮੀਂਹ ਆ ਗਿਆ, ਮੈਂ ਮਜ਼ਦੂਰਾਂ ਨੂੰ ਲਾ ਕੇ ਇਹਨੂੰ ਚੁਕਾਇਆ ਆ, ਉਹਦੇ ਪੈਸੇ ਦੇ। ਤਾਂ ਇਹਦਾ ਬਹੁਤ ਐਕਸਪਲੋਇਟੇਸ਼ਨ ਸੀਗੀ।
ਤੇ ਦੂਸਰਾ ਜਿਹੜਾ APMC ਐਕਟ ਦਾ ਇੱਕ ਹੋਰ ਮੇਨ ਪ੍ਰੋਵੀਜ਼ਨ ਇਹ ਸੀਗਾ ਕਿ ਇਹ ਜਿਹੜੀਆਂ ਸਹੂਲਤਾਂ ਸਾਰੀਆਂ ਸਾਡੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਉਹਦੇ ਲਈ ਕੋਈ 2% ਫੀਸ ਸੀਗੀ ਜਿਹੜੀ ਲਾਈ ਜਾਂਦੀ ਸੀਗੀ। ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜੀ 2% ਸੀਗੀ ਇਹ ਫੀਸ ਸੀਗੀ, ਇਹ ਟੈਕਸ ਨਹੀਂ ਸੀਗਾ। ਫੀਸ ਹੁੰਦਾ ਹੈ ਕਿ ਜੇ ਤੁਹਾਡੇ ਲਈ ਕੋਈ ਕੰਮ ਕਰਦਾ ਹੈ ਉਹਦੇ ਬਦਲੇ ਤੁਸੀਂ ਉਹਨੂੰ ਪੈਸਾ ਦਿੰਦੇ ਹੋ। ਇਹ ਜਿਹੜੀ ਫੀਸ ਹੈ ਉਹੀ ਸੀਗੀ ਜਿਹੜੀ ਅਦਰਵਾਈਜ਼ ਵਪਾਰੀ ਐਕਸਪਲੋਇਟ ਕਰਦਾ ਸੀਗਾ ਕਿ ਮੈਂ ਰੱਖਣ ਦਾ ਕਿਰਾਇਆ ਲਵਾਂਗਾ, ਇਹ ਤੋਂ ਸਫਾਈ ਕਰਾਉਣ ਦਾ ਕਿਰਾਇਆ ਲਵਾਂਗਾ, ਜਾਂ ਇਹਨੂੰ ਬੋਰਿਆਂ 'ਚ ਪੈਕ ਕਰਾਉਣ ਲਈ ਮੈਂ ਬੋਰੀ ਵੀ ਮੈਂ ਆਪ ਦਊਂਗਾ, ਉਹਦਾ ਰੇਟ ਵੀ ਮੈਂ ਆਪ ਹੀ ਦੱਸੂਗਾ। ਇਹ ਸਾਰੀਆਂ ਐਕਸਪਲੋਟੇਸ਼ਨ ਤੋਂ 2% ਪੈਸਾ ਦੇ ਕੇ ਜਿਹੜੀਆਂ ਕਿਸਾਨ ਦੀਆਂ ਉਹ ਖਤਮ ਹੁੰਦੀਆਂ ਸੀਗੀਆਂ। ਤੇ ਇਹ ਜਿਹੜੇ ਨਵੇਂ ਕਾਨੂੰਨ ਆਏ ਹੈਗੇ ਆ ਇਹ APMC ਐਕਟ ਨੂੰ ਖਤਮ ਕਰਦੇ ਆ। ਮਤਲਬ ਕਿ ਇਹ ਕਾਨੂੰਨ ਇਹ ਕਹਿੰਦੇ ਆ ਕਿ ਜਿਹੜਾ ਵਪਾਰੀ ਹੈਗਾ ਆ ਉਹ ਕਿਤੇ ਵੀ ਜਿਹੜਾ ਕਿਸਾਨੀ ਦੀ ਉਪਜ ਹੈਗੀ ਆ ਉਹ ਖਰੀਦ ਸਕਦਾ ਹੈ, ਜਿਹਦਾ ਮਤਲਬ ਇਹੀ ਹੈ ਕਿ ਉਹ ਹੁਣ ਜਿਹੜੀ ਸਰਕਾਰੀ ਮੰਡੀ ਹੈ ਉਹ ਤੋਂ ਬਾਹਰ ਵੀ ਉਹਨੂੰ ਖਰੀਦ ਸਕਦਾ ਹੈ। ਮੈਂ ਇੱਕ ਪ੍ਰੋਗਰਾਮ ਦੇਖ ਰਹੀ ਸੀ, ਸਾਡੇ ਇੱਕ BJP ਨਾਲ ਸੰਬੰਧਿਤ ਹੈਗੇ ਆ ਲੀਗਲ ਲਿਊਮਨਰੀ, ਉਹ ਇਹ ਕਹਿ ਰਹੇ ਸੀਗੇ ਕਿ ਇਹ ਜਿਹੜਾ ਐਕਟ ਨਵਾਂ ਆਇਆ ਹੈ ਇਹਦੇ ਨਾਲ ਕਿਸਾਨ ਨੂੰ ਇਹ ਆਜ਼ਾਦੀ ਮਿਲ ਗਈ ਹੈ ਕਿ ਉਹ ਆਪਣੀ ਫਸਲ ਕਿਤੇ ਵੀ ਜਾ ਕੇ ਵੇਚ ਸਕਦਾ ਹੈ। ਤੇ ਇਹ ਭਰਮ ਜਿਹੜਾ ਹੈ ਸਾਡੇ ਆਮ ਲੋਕਾਂ 'ਚ ਵੀ ਹੈਗਾ। ਮੈਂ ਉਹਨਾਂ ਨੂੰ ਇਹ ਗੱਲ ਸਪਸ਼ਟ ਕਰਨਾ ਚਾਹਨੀ ਆਮ ਲੋਕਾਂ ਨੂੰ ਕਿ ਜਿਹੜਾ APMC ਐਕਟ ਸੀਗਾ ਉਹਦੇ ਵਿੱਚ ਬੰਧਨ ਫਾਰਮਰ ਤੇ ਨਹੀਂ ਸੀਗਾ, ਕਿਸਾਨ ਤੇ ਕੋਈ ਬੰਧਨ ਨਹੀਂ ਸੀਗਾ ਕਿ ਉਹਨੇ ਆਪਣੀ ਫਸਲ ਕਿੱਥੇ ਵੇਚਣੀ ਹੈ। ਉਹ ਬੰਧਨ ਸੀਗਾ ਵਪਾਰੀ ਦੇ ਉੱਤੇ ਕਿ ਜੇ ਵਪਾਰੀ ਨੇ ਖਰੀਦਣੀ ਹੈ ਤਾਂ ਉਹਨੂੰ ਉਸ ਚਾਰ ਦੀਵਾਰੀ 'ਚ ਖਰੀਦਣੀ ਪਏਗੀ। ਇਨ ਕੇਸ ਜੇ ਉਹ ਸਰਕਾਰੀ ਮੰਡੀ ਤੋਂ ਬਾਹਰ ਖਰੀਦਦਾ ਹੈ ਤੇ APMC ਐਕਟ ਦੇ ਅਧੀਨ ਹੀ ਉਹ ਆਪਣੇ ਆਪ 'ਚ ਇੱਕ ਅਫੈਂਸ ਸੀਗਾ ਜਿਹਦਾ ਜੁਰਮਾਨਾ ਸੀ ਤੇ ਕੈਦ ਸੀ ਬਕਾਇਦਾ। ਪਰ ਹੁਣ ਜਿਹੜਾ ਵਪਾਰੀ ਹੈਗਾ ਉਹ ਕਿਤੇ ਵੀ ਜਾ ਕੇ ਖਰੀਦ, ਉਹ ਬਿਲਕੁਲ ਆਜ਼ਾਦ ਹੋ ਗਿਆ। ਐਂਡ ਸੈਕੰਡਲੀ ਜਿਹੜੀ ਸਮਝਣ ਵਾਲੀ ਗੱਲ ਹੈ ਇਹਦੇ ਵਿੱਚ ਇਹ ਕਹਿੰਦੇ ਆ ਕਿ ਜਿਹੜੀ ਅਸੀਂ ਬਾਹਰ ਪ੍ਰਾਈਵੇਟ ਮੰਡੀ ਬਣਾਈ ਹੈ ਉਹਦੇ ਵਿੱਚ ਅਸੀਂ ਕੋਈ ਫੀਸ ਨਹੀਂ ਲਵਾਂਗੇ, ਕੋਈ ਟੈਕਸ ਨਹੀਂ ਲਾਵਾਂਗੇ। ਇੱਥੇ ਕੈਚ ਹੈ ਇਹਦੇ ਵਿੱਚ। ਹੁਣ ਉੱਥੇ ਕੋਈ ਫੀਸ ਨਹੀਂ ਹੈ, ਕੋਈ ਕੁਝ ਨਹੀਂ ਹੈ। ਜਦ ਤੁਸੀਂ ਜਾਓਗੇ ਉਹੀ ਸਿਲਸਿਲਾ ਦੁਬਾਰਾ ਸ਼ੁਰੂ ਹੋ ਜਾਏਗਾ ਕਿ ਫਸਲ ਰੱਖਣ ਦਾ ਕਿਰਾਇਆ। ਅੱਜ ਕੱਲ੍ਹ ਜਿੱਦਾਂ ਮੈਂ ਆਮ ਕਹਿੰਦੀ ਹੁੰਦੀ ਹਾਂ, ਤੁਸੀਂ ਕਿਸੇ ਡਾਕਟਰ ਦੇ ਕੋਲ ਚਲੇ ਜਾਓ, ਜਿੰਨਾ ਮਰਜ਼ੀ ਟੈਸਟ ਕਰਾ ਕੇ ਜਾਓ, ਉਹ ਕਹਿੰਦੇ ਆ ਨਹੀਂ ਜੀ ਆਹ ਫਲਾਨੀ ਲੈਬ 'ਚੋਂ ਰਿਪੋਰਟ ਆਊਗੀ ਤਾਂ ਅਸੀਂ ਮੰਨਾਂਗੇ। ਸਿਮਿਲਰਲੀ ਜਿੰਨੀ ਮਰਜ਼ੀ ਫਸਲ ਤੁਹਾਡੀ ਸਾਫ਼ ਹੋਊਗੀ, ਅਗਲਾ ਕਹੂਗਾ ਜੀ ਮੈਂ ਤਾਂ ਸਫਾਈ ਕਰਾ ਕੇ ਹੀ ਲੈਣੀ ਹੈ ਇਹਦੀ। ਫਿਰ ਉਹੀ ਐਕਸਪਲੋਟੇਸ਼ਨ ਹੋਊਗੀ, ਸਫਾਈ ਕਰਾਊਗਾ, ਅੱਧੀ ਫਸਲ ਵਿੱਚੋਂ ਗੰਦੀ ਕਹਿ ਕੇ ਕੱਢ ਦਊਗਾ। ਫਿਰ ਉੱਥੇ ਜਿਹੜੇ ਵੇਟਸ ਹੈਗੇ ਆ ਉਹਨਾਂ ਦਾ ਕੀ ਸਟੈਂਡਰਡ ਹੋਊਗਾ, ਕਿਹਦੀ ਉਹ ਨਿਗਰਾਨੀ 'ਚ ਹੋਣਗੇ। ਤੇ ਇਹ 2% ਉਹਦਾ ਬੰਦ ਕਰਕੇ 200% ਲਈ ਉਹਦੀ ਐਕਸਪਲੋਟੇਸ਼ਨ ਦੇ ਲਈ ਰਾਹ ਖੋਲ ਦਿੱਤਾ। ये जड़ी गल है समझन वाली है। आपको विश्वास है कि आपकी जमीन सुरक्षित है, लेकिन कुछ लोग ऐसा भ्रम फैला रहे हैं कि आपकी फसल का कोई कॉन्ट्रैक्ट करेगा, एग्रीमेंट करेगा तो जमीन भी चली जाएगी। अब इतना झूठ बोल रहे हैं। अच्छा हुआ गगन जी आपने अपना अनुभव शेयर किया, मैं आपका बहुत आभारी हूं। ਇੱਕ ਚੀਜ਼ ਇਹਦੇ ਵਿੱਚ ਕਹੀ ਜਾਂਦੀ ਹੈ ਕਿ ਜ਼ਮੀਨਾਂ ਦੇ ਉੱਤੇ ਜਿਹੜੇ ਵਪਾਰੀ ਹੋਣਗੇ ਉਹ ਕਬਜ਼ਾ ਕਰ ਲੈਣਗੇ। ਹਾਲਾਂਕਿ ਕਿਤੇ ਨਾ ਕਿਤੇ ਕਿਸੇ ਵੀ ਐਗਰੀਮੈਂਟ ਦੇ ਵਿੱਚ ਇੱਕ ਸਾਫ਼ ਤੌਰ ਤੇ ਨਹੀਂ ਕਿਹਾ ਗਿਆ ਜੀ ਇੱਕ ਕਬਜ਼ੇ ਦੀ ਸਥਿਤੀ ਕਿੱਥੇ ਪੈਦਾ ਹੁੰਦੀ ਹੈ, ਕਬਜ਼ਾ ਕਿਸ ਤਰ੍ਹਾਂ ਹੋਏਗਾ, ਉਹਦੇ ਬਾਰੇ ਦੱਸੋ। ਕਬਜ਼ਾ ਜੇ ਅਸੀਂ ਇਹ ਗੱਲ ਕਰੀਏ ਕਿ ਸਿੱਧੇ ਤੌਰ ਤੇ ਕਬਜ਼ਾ ਹੋ ਜਾਏਗਾ, ਜਿਹੜਾ ਵਪਾਰੀ ਹੈ ਕਿਸਾਨ ਦੀ ਜ਼ਮੀਨ ਤੇ ਸਿੱਧੇ ਤੌਰ ਤੇ ਕਬਜ਼ਾ ਕਰ ਲਏਗਾ, ਤੇ ਐਸੀ ਕੋਈ ਪੋਸਿਬਿਲਿਟੀ ਨਹੀਂ ਹੈ। ਬਟ ਐਸਾ ਵੀ ਨਹੀਂ ਹੈ ਕਿ ਇਦਾਂ ਨਹੀਂ ਹੋਏਗਾ। ਇਨਡਾਇਰੈਕਟਲੀ ਇਹ ਇਦਾਂ ਹੀ ਹੋਏਗਾ ਜੇ ਤੁਸੀਂ ਇਹ ਕਾਨੂੰਨ ਨੂੰ ਧਿਆਨ ਦੇ ਨਾਲ ਪੜ੍ਹੋ, ਇੱਕ ਨਜ਼ਰ ਮਾਰੋ। ਜਦੋਂ ਕਿਸਾਨ ਦੀ ਜਿਹੜੀ ਫਸਲ ਹੈਗੀ ਹੈ ਉਹ ਕੌਡੀਆਂ ਦੇ ਭਾਅ ਵਿਕੇਗੀ ਬਾਹਰ, ਜਦੋਂ ਬਾਹਰ ਪ੍ਰਾਈਵੇਟ ਮੰਡੀ ਦੇ ਵਿੱਚ ਜਾਏਗੀ। ਮੈਂ ਇੱਕ ਆਪਣੀ ਗੱਲ ਵਿੱਚ ਰਹਿ ਗਈ ਸੀ ਕਿ ਜਿਹੜੀ APMC ਐਕਟ ਦਾ ਪ੍ਰੋਵੀਜ਼ਨਸ ਹੈਗੇ ਆ ਉਹਦੇ ਵਿੱਚ ਇਹ ਓਬਲੀਗੇਸ਼ਨ ਹੈ ਵਪਾਰੀ ਦੇ ਉੱਤੇ ਕਿ ਉਹਨੇ ਜਿਹੜੀ ਪੇਮੈਂਟ ਹੈ ਉਹ ਇਨ ਕੈਸ਼ ਕਰਨੀ ਹੈ। ਔਰ ਹੁਣ ਤਾਂ ਇਹ ਹੈਗੇ ਆ ਕਿ ਉਹ ਬੈਂਕ ਦੇ ਵਿੱਚ ਉਹਨੇ ਉਹਦੇ ਅਕਾਊਂਟ ਦੇ ਵਿੱਚ ਪਾਣੀ ਹੈ ਤਾਂ ਕਿ ਪਤਾ ਚੱਲੇ ਕਿ ਨਾਲ ਆਈ ਹੈ। ਔਰ ਜਿਹੜੀ ਬਾਹਰ ਵਾਲੀ ਮੰਡੀ ਹੈ ਉਹਦੇ ਵਿੱਚ ਕੋਈ ਇੱਦਾਂ ਦਾ ਪ੍ਰੋਵੀਜ਼ਨ ਨਹੀਂ ਹੈ। ਤੇ APMC ਐਕਟ ਜਦ ਬਣਿਆ ਸੀਗਾ ਉਦੋਂ ਵੀ ਇਹ ਪ੍ਰੋਬਲਮ ਸੀਗੀ ਅੰਗਰੇਜ਼ਾਂ ਦੇ ਸਾਹਮਣੇ ਕਿ ਜਿਹੜਾ ਵਪਾਰੀ ਸੀਗਾ ਉਹ ਪਹਿਲੇ ਤਾਂ ਕਦੀ ਟਾਈਮ ਤੇ ਪੇਮੈਂਟ ਕਰਦਾ ਨਹੀਂ ਸੀ। ਸਾਡੇ ਕਿਸਾਨਾਂ ਨੂੰ ਪੇਮੈਂਟ ਕਰਦਾ ਸੀ ਤਾਂ ਨਕਦੀ ਨਹੀਂ ਕਰਦਾ ਸੀ। ਠੀਕ ਹੈ, ਉਹ ਕਹਿੰਦਾ ਸੀ ਵੀ ਤੂੰ ਕਰਿਆਨੇ ਦਾ ਸਮਾਨ ਲੈਣਾ ਤੈਨੂੰ ਉਹ ਲੈ ਦੇਣਾ, ਤੂੰ ਕੱਪੜਾ ਲੈਣਾ ਮੈਂ ਤੈਨੂੰ ਉਹ ਲੈ ਦੇਣਾ, ਤੂੰ ਕੋਈ ਦਵਾਈ ਲੈਣੀ ਤੈਨੂੰ ਉਹ ਲੈ ਦੇਣਾ। ਕਿਉਂਕਿ ਇਹਨਾਂ ਦਾ ਜਿਹੜਾ ਵੱਡੇ ਪਰਿਵਾਰ ਸੀਗੇ, ਕਿਸੇ ਮੁੰਡੇ ਨੂੰ ਕੋਈ ਦੁਕਾਨ ਖੋਲਤੀ, ਕਿਸੇ ਚਾਚੇ ਨੇ ਕੋਈ ਖੋਲੀ ਹੈ, ਤਾਏ ਨੇ ਕੋਈ ਖੋਲੀ ਹੈ, ਤੇ ਇਸ ਤਰ੍ਹਾਂ ਦੀ ਐਕਸਪਲੋਟੇਸ਼ਨ ਸੀਗੀ। ਤੇ ਜਦ ਮੁੜ ਕੇ ਸਭ ਸ਼ੁਰੂ ਹੋ ਜਾਏਗਾ ਤੇ ਇੱਕ ਸਟੇਜ ਇਦਾਂ ਦੀ ਆ ਜਾਏਗੀ ਕਿ ਕਿਸਾਨ ਨੇ ਤਾਂ ਆਪਣਾ ਕੰਮ ਜਿਹੜਾ ਪਹਿਲੇ ਉਧਾਰ ਚੱਕ ਕੇ ਕੀਤਾ ਤੇ ਜਦ ਉਹ ਵਿਆਜ ਵੀ ਨਹੀਂ ਦੇ ਪਾਊਗਾ ਦੁਬਾਰਾ ਉਧਾਰ ਚੱਕੂਗਾ। ਇੱਕ ਸਟੇਜ ਇਦਾਂ ਦੀ ਆਏਗੀ ਕਿ ਉਹ ਆਪਣੀ ਜ਼ਮੀਨ ਵੇਚਣ ਦੇ ਲਈ ਮਜਬੂਰ ਹੋਏਗਾ। ਔਰ ਜਦ ਸਾਰਿਆਂ ਨੂੰ ਹੀ ਲਾਲੇ ਪਏ ਹੋਗੇ ਆਪਣੀ ਰੋਟੀ ਦੇ ਤੇ ਜ਼ਮੀਨ ਖਰੀਦਣ ਵਾਲਾ ਕੌਣ ਹੋਊਗਾ? ਕੋਈ ਹੋਰ ਫਾਰਮਰ ਤਾਂ ਖਰੀਦੇਗਾ ਨਹੀਂ, ਇਹ ਵਪਾਰੀ ਹੀ ਖਰੀਦਣਗੇ। ਸੋ ਇਨ ਦਿਸ ਵੇ ਜਿਹੜੀ
ਕਿਸਾਨਾਂ ਦੀ ਜ਼ਮੀਨ ਹੈਗੀ ਹੈ ਤੇ ਇਵੈਂਚੁਅਲੀ ਜਿਹੜਾ ਟ੍ਰੇਡਰ ਹੈ ਇਹਦਾ ਕਬਜ਼ਾ ਹੋ ਜਾਏਗਾ। तो कुछ न कुछ ऐसे इवेंट कर रहे हैं, इवेंट मैनेजमेंट हो रहा है ताकि कोई सेल्फी ले ले, कोई फोटो छप जाए, कहीं टीवी पर दिखाई दे और उनकी राजनीति चलती जाए। अब देश ने उन लोगों को भी देख लिया है, ये देश के सामने एक्सपोज हो गए हैं। स्वार्थ की राजनीति का एक भद्दा उदाहरण हम बहुत बारीकी से देख रहे हैं। जो दल पश्चिम बंगाल में किसानों के हित पर कुछ नहीं बोलते, वो यहां दिल्ली के नागरिकों को परेशान करने पर लगे हुए हैं, देश की अर्थनीति को बर्बाद करने पर लगे हुए हैं, और वो भी किसान के नाम पर। ਅੱਛਾ, ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਕਿਸਾਨ ਤਬਾਹ ਹੋ ਜਾਣਗੇ, ਕਿਸਾਨਾਂ ਦੀ ਇਹੋ ਜਿਹੀ ਹਾਲਤ ਕਰ ਦਿੱਤੀ ਜਾਏਗੀ ਜਿੱਥੇ ਕਿਸਾਨਾਂ ਦੇ ਕੋਲ ਕੋਈ ਰਸਤਾ ਨਹੀਂ ਬਚੇਗਾ, ਉਸ ਤੋਂ ਬਾਅਦ ਫਿਰ ਬਿਆਨ ਇਹ ਵੀ ਆਉਂਦੇ ਬੀਜੇਪੀ ਦੀ ਲੀਡਰਸ਼ਿਪ ਦੇ ਵੱਲੋਂ ਕਿ ਇਹੋ ਜਿਹਾ ਕੁਝ ਨਹੀਂ ਹੈਗਾ, ਇਹ ਸਿਆਸੀ ਪਾਰਟੀਆਂ ਦਾ ਪ੍ਰੋਪੋਗੈਂਡਾ ਹੈ। ਸਿਰਫ ਸਿਆਸੀ ਪਾਰਟੀਆਂ ਜਾਂ ਖਾਸ ਤੌਰ 'ਤੇ ਹੁਣ ਤਾਂ ਯਾਨੀ ਸਾਹਿਬ ਨੇ ਇਹ ਵੀ ਕਹਿਤਾ ਸੀਗਾ ਕਿ ਕਾਮਰੇਡ ਜਿਹੜੇ ਉੱਥੇ ਪਹੁੰਚ ਗਏ ਹੋਏ ਨੇ ਉੱਥੇ ਜਾ ਕੇ ਉਹ ਚੀਜ਼ਾਂ ਨੂੰ ਖਰਾਬ ਕਰਦੇ ਪਏ ਹੈ। ਕਿੰਨੀ ਕੁ ਹਕੀਕਤ ਹੈ ਕਿਸਾਨ ਤਬਾਹ ਹੋਣ ਜਾ ਰਹੇ ਹੈ ਜਾਂ ਫਿਰ ਇਹ ਵਾਕਈ ਭਰਮ ਫੈਲਾਇਆ ਜਾ ਰਿਹਾ? ਜੀ, ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੈਂ ਆਈ ਐਮ ਗਿਵਿੰਗ ਯੂ ਪੁਆਇੰਟਸ, ਔਰ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਹੀ, ਮੈਂ ਕਾਨੂੰਨ 'ਚੋਂ ਪੜ੍ਹ ਕੇ ਬਕਾਇਦਾ ਨਾਲ ਤੁਹਾਨੂੰ ਧਾਰਾ ਦੱਸੂਗੀ ਕਿ ਕਿਹੜੀ ਧਾਰਾ ਜਿਹੜੀ ਹੈਗੀ ਹੈ ਉਹ ਕਿਸਾਨਾਂ ਨੂੰ ਖਾ ਜਾਏਗੀ। ਇਸ ਤਰੀਕੇ ਦੇ ਨਾਲ ਮੇਰੀ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਇਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਸਾਨੂੰ ਧਾਰਾ ਸਮੇਤ ਫਾਇਦਾ ਦੱਸਣ ਕਿ ਜਿਹੜੀ ਆਹ ਧਾਰਾ ਹੈ ਉਹ 'ਚ ਆਹ ਫਾਇਦਾ ਹੋਏਗਾ। ਹੁਣੀ ਆਪਣੀ ਗੱਲ ਸ਼ੁਰੂ ਹੋਈ ਸੀ, ਤੁਸੀਂ ਕਹਿ ਰਹੇ ਸੀ ਪ੍ਰੋਗਰਾਮ ਦੇ ਆਗਾਜ਼ ਕਰਨ ਲੱਗੇ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜੀ ਸਟੇਟ ਦੀ ਮੰਡੀ ਹੈ ਉਹ ਖਤਮ ਨਹੀਂ ਹੋਏਗੀ। ਇਹ ਜਿਹੜਾ ਹੈ ਜੀ ਫਾਰਮਰਸ ਐਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਐਕਟ ਹੈ 2020 ਦਾ, ਇਹਦਾ ਸੈਕਸ਼ਨ 7 ਔਰ ਸੈਕਸ਼ਨ 20 ਜੇ ਪੜੋ ਇਹਦੇ ਵਿੱਚ ਸਾਫ਼ ਇਹ ਲਿਖਿਆ ਆ ਕਿ ਜਿਹੜੇ ਸਟੇਟ ਐਕਟਸ ਹੋਣਗੇ ਉਹ ਇਸ ਕਾਨੂੰਨ ਨੂੰ ਓਵਰਰਾਈਡ ਨਹੀਂ ਕਰ ਸਕਦੇ। ਮਤਲਬ ਜੇ ਇਹਨਾਂ 'ਚ ਕੋਈ ਮਤਭੇਦ ਹੋਏਗਾ ਤਾਂ ਦਿਸ ਲਾਅ ਵਿਲ ਪ੍ਰੀਵੇਲ, ਇਹ ਜਿਹੜਾ ਕਾਨੂੰਨ ਨਵਾਂ ਕਾਨੂੰਨ ਹੈ ਇਹ ਚੱਲੇਗਾ। ਤੇ ਫਿਰ ਇਹ ਕਹਿਣਾ ਕਿ ਜਿਹੜੀ ਸਰਕਾਰੀ ਮੰਡੀ ਹੈ ਉਹ ਖਤਮ ਨਹੀਂ ਹੋਏਗੀ, ਇਹ ਕਿਸ ਆਧਾਰ ਤੇ ਕਹਿੰਦੇ ਆ, ਮੈਨੂੰ ਤਾਂ ਇਹ ਸਮਝ ਨਹੀਂ ਆਇਆ ਅੱਜ ਤੱਕ। ਔਰ ਇਹਦੇ ਵਿੱਚ ਇੱਕ ਹੋਰ ਕੈਚ ਵੀ ਹੈ, ਜਦੋਂ ਬਾਹਰ ਪ੍ਰਾਈਵੇਟ ਮੰਡੀ ਹੋਏਗੀ ਜਿੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਹੈ, ਜਿਹੜਾ ਵਪਾਰੀ ਹੈ ਉਹ ਉੱਥੋਂ ਖਰੀਦਣ ਜਾਏਗਾ ਕਿ ਸਰਕਾਰੀ ਮੰਡੀ ਜਾਏਗਾ? 100 ਸਾਲ ਹੋ ਗਏ ਵਪਾਰੀ ਨੂੰ ਇਸ ਉਹਦੇ ਵਿੱਚ ਲੱਗੇ ਹੋਏ ਕਿ ਇਹ ਜਿਹੜਾ APMC ਐਕਟ ਹੈ ਤੁੜਵਾਇਆ ਜਾਏ। ਟਾਈਮ ਟੂ ਟਾਈਮ ਜਿਹੜੇ ਵਪਾਰੀ ਆ ਇਹ ਕੋਰਟਸ ਜਾਂਦੇ ਰਹੇ ਆ, ਹਾਈ ਕੋਰਟਸ ਜਾਂਦੇ ਰਹੇ ਆ, ਸੁਪਰੀਮ ਕੋਰਟ ਜਾਂਦੇ ਰਹੇ ਆ, ਪਰ ਜਦੋਂ ਉੱਥੋਂ ਉਹਨਾਂ ਦੀ ਗੱਲ ਨਹੀਂ ਬਣੀ ਤੇ ਫਿਰ ਸਰਕਾਰਾਂ ਦੇ ਪਿੱਛੇ ਪੈ ਗਏ। ਤੇ ਜਿਹੜੀ ਹੁਣ ਮੌਕੇ ਦੀ ਸਰਕਾਰ ਹੈ ਉਹਨਾਂ ਨੇ ਫਲ ਲਗਾਇਆ ਇਹਨਾਂ ਨੂੰ, ਤੇ ਜਿਹੜੀ APMC ਮੰਡੀ ਹੈ ਇਹਨੂੰ ਤੋੜਿਆ ਗਿਆ। ਔਰ ਇਹ ਗੱਲ ਸਮਝਣ ਵਾਲੀ ਹੈ ਕਿ ਇਹ ਜਿਹੜੇ ਤਿੰਨੋਂ ਕਾਨੂੰਨ ਹੈਗੇ ਆ ਇਹ ਬੇਸਿਕਲੀ ਬਣੇ ਹੀ APMC ਐਕਟ ਨੂੰ ਤੋੜਨ ਦੇ ਲਈ ਹੈ। ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਇਹ ਕਾਨੂੰਨ ਜਿਹੜੇ ਬਣੇ APMC ਐਕਟ ਨੂੰ ਤੋੜਨ ਦੇ ਲਈ ਬਣੇ ਆ, ਤਾਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਜ਼ੋਰ ਅੱਜ ਦਾ ਨਹੀਂ ਪਾਇਆ ਜਾ ਰਿਹਾ ਸੀਗਾ, ਅੰਗਰੇਜ਼ਾਂ ਦੇ ਉੱਤੇ ਵੀ ਜ਼ੋਰ ਸੀਗਾ ਵਪਾਰੀਆਂ ਦੇ ਵੱਲੋਂ। ਹਾਰ ਕੇ 1958 ਦੇ ਵਿੱਚ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਹੁਣ ਇਹਦੇ ਉੱਤੇ ਕੋਈ ਡਿਸਕਸ਼ਨ ਨਹੀਂ ਹੋਏਗੀ। ਫਿਰ ਇਹ ਕਿਸ ਤਰੀਕੇ ਦੇ ਨਾਲ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਇਹਦੇ ਵਿੱਚ ਬਦਲਾਅ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਸਾਜ਼ਿਸ਼ ਕਰ ਰਹੀ ਹੈ? ਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਅੰਗਰੇਜ਼ਾਂ ਦੇ ਉੱਤੇ ਵੀ ਬੜਾ ਪ੍ਰੈਸ਼ਰ ਸੀਗਾ ਇਸ ਗੱਲ ਨੂੰ ਲੈ ਕੇ। ਜਦ ਤੋਂ ਇਹ APMC ਐਕਟ ਆਇਆ ਹੈ ਵਪਾਰੀਆਂ ਦੀ ਉਦੋਂ ਤੋਂ ਕੋਸ਼ਿਸ਼ ਰਹੀ ਹੈ ਕਿ ਇਹਨੂੰ ਤੋੜਾਇਆ ਜਾਏ, ਕਿਉਂਕਿ ਇਹਨਾਂ ਨੂੰ ਇੱਦਾਂ ਲੱਗਦਾ ਹੈ ਕਿ ਇਹ ਆਪਣੇ ਮੂੰਹੋਂ ਕਹਿੰਦੇ ਆ। 1958 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਦ ਇਹ ਕੇਸ ਗਿਆ ਸੀਗਾ ਉਦੋਂ ਉੱਥੇ ਵਪਾਰੀਆਂ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਸੀ ਕਿ ਜਿਹੜਾ ਸਾਡਾ ਆਰਟੀਕਲ 19 ਕਨਸਟੀਟਿਊਸ਼ਨ ਦਾ ਹੈਗਾ ਆ ਉਹਦੇ ਅਧੀਨ ਇਹਨਾਂ ਨੂੰ ਹਰ ਬੰਦੇ ਨੂੰ, ਭਾਰਤ ਦੇ ਨਾਗਰਿਕ ਨੂੰ ਇਹ ਹੱਕ ਹੈ ਕਿ ਉਹ ਜੋ ਵੀ ਪ੍ਰੋਫੈਸ਼ਨ ਜਾਂ ਆਕੂਪੇਸ਼ਨ ਚਾਹੇ ਉਹਨੂੰ ਪਰਸੂ ਕਰ ਸਕਦਾ ਹੈ। ਇਹ ਕਹਿੰਦੇ ਸੀ ਕਿ ਜਦੋਂ APMC ਐਕਟ ਹੈਗਾ ਸਾਡੇ ਉਹਨੂੰ ਢਾਹ ਲਾਉਂਦਾ ਹੈ ਉਸ ਰਾਈਟ ਨੂੰ, ਤੇ ਅਸੀਂ ਪ੍ਰੋਫਿਟ ਨਹੀਂ ਕਮਾ ਸਕਦੇ APMC ਐਕਟ ਦੇ ਨਾਲ। ਤੇ ਜਿਹੜੇ ਮਾਨਯੋਗ ਜੱਜ ਸਾਹਿਬਾਨ ਸੀਗੇ, 5 ਜੱਜਾਂ ਦਾ ਉਹ ਫੈਸਲਾ ਸੀਗਾ, ਉਹ ਆਪਣੀ ਜੱਜਮੈਂਟ 'ਚ ਲਿਖਦੇ ਆ ਇਹ ਗੱਲ ਕਿ ਜਿਹੜੀ ਗੱਲ ਕਰਕੇ ਅਸੀਂ APMC ਐਕਟ ਬਣਾਇਆ ਤੁਸੀਂ ਆਪਣੇ ਮੂੰਹੋਂ ਕਹਿ ਰਹੇ ਹੋ, ਤੁਹਾਡਾ ਜਿਹੜਾ ਪ੍ਰੋਫਿਟ ਹੈ that is not profit, that is exploitation। ਪ੍ਰੋਫਿਟ ਹੁੰਦਾ ਹੈ ਕੋਈ 15%, 20%, 200%, 300%। ਇਹ ਕਿਸਾਨ ਦਾ ਜਿਹੜੇ ਢਿੱਡ ਨੂੰ ਲੱਤ ਮਾਰ ਕੇ ਤੁਸੀਂ ਉਹਦਾ ਗਲਾ ਘੋਟ ਕੇ ਪ੍ਰੋਫਿਟ ਕਰਦੇ ਹੋ, that is not profit। ਔਰ ਅਸੀਂ ਸਮਾਜ ਨੂੰ ਚਲਾਉਣਾ ਹੈ, ਸਾਰੀਆਂ ਧਿਰਾਵਾਂ ਨੂੰ ਦੇਖਣਾ ਹੈ। ਤੇ ਜਿੱਥੇ ਤੱਕ ਗੱਲ ਹੈਗੀ ਹੈ ਇਹ ਸਰਕਾਰ ਨੇ ਫਲ ਲਗਾਇਆ ਵਪਾਰੀਆਂ ਦੀ ਇਸ ਮੰਗ ਦੇ ਉੱਤੇ। ਇਹ ਵਪਾਰੀ ਜਿਹੜੇ ਹੈਗੇ ਆ ਪਹਿਲੀਆਂ ਸਰਕਾਰਾਂ 'ਚ ਵੀ ਇਹ ਗੱਲ ਚੱਲਦੀ ਸੀਗੀ। ਇਹ
ਜਿਹੜੀ ਹੁਣ ਦੀ ਸਰਕਾਰ ਹੈਗੀ ਆ ਇਹਨਾਂ ਨੇ ਕਰਕੇ ਦਿਖਾ ਦਿੱਤਾ। ਇਹ ਅਸੀਂ ਨਹੀਂ ਕਹਿ ਸਕਦੇ ਕਿ ਕੋਈ ਹੋਰ ਗਵਰਨਮੈਂਟ ਹੁੰਦੀ ਤਾਂ ਇਦਾਂ ਨਹੀਂ ਹੁੰਦਾ, ਕਿਉਂਕਿ ਮੇਰੀ ਹਮੇਸ਼ਾ ਜਦ ਵੀ ਗੱਲ ਹੁੰਦੀ ਹੈ ਇਸ ਟੌਪਿਕ ਤੇ ਕਿਸੇ ਨਾਲ ਤਾਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜਿਹੜੀ ਅੱਜ ਹਿੰਦੁਸਤਾਨ ਦੀ ਪ੍ਰੋਬਲਮ ਹੈ, ਸਾਡੀ ਪ੍ਰੋਬਲਮ ਸਰਕਾਰ ਦੇ ਨਾਲ ਨਹੀਂ ਹੈ ਜਾਂ ਸਾਡੀ ਕਿਸੇ ਪੋਲੀਟੀਸ਼ੀਅਨ ਦੇ ਨਾਲ ਨਹੀਂ ਹੈ। ਹਿੰਦੁਸਤਾਨ ਨੂੰ ਅੱਜ ਇਹ ਗੱਲ ਅੱਜ ਤਾਂ ਹੁਣ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ। ਪਹਿਲੇ ਲੁਕਵੇਂ ਢੰਗ ਦੇ ਵਿੱਚ ਸੀਗੀ ਕਿ ਚਲਾ ਹੀ ਸਰਮਾਏਦਾਰ ਰਿਹਾ। ਸਾਡੀ ਜਿਹੜੀ ਲੜਾਈ ਹੈ ਸਰਮਾਏਦਾਰ ਦੇ ਨਾਲ ਹੈ। ਸ਼ਹੀਦ ਆਜ਼ਮ ਭਗਤ ਸਿੰਘ ਅਕਸਰ ਕਿਹਾ ਕਰਦੇ ਸੀਗੇ ਕਿ ਅੰਗਰੇਜ਼ ਚਲੇ ਜਾਣਗੇ ਤਾਂ ਕਾਲੇ ਅੰਗਰੇਜ਼ ਆ ਜਾਣਗੇ ਜੀ। ਪਰ ਅੱਜ ਦੀ ਜੋ ਇਹ ਕਲਾਸ ਤੁਸੀਂ ਲਿੱਤੀ ਹੈ ਸਾਰਿਆਂ ਦੀ, ਉਹਦੇ ਵਿੱਚ ਜਿਹੜੀ ਸਾਫ਼ ਤੌਰ ਤੇ ਉੱਭਰ ਕੇ ਗੱਲ ਸਾਹਮਣੇ ਆਉਂਦੀ ਉਹ ਇਹੀ ਹੈ ਕਿ ਅੰਗਰੇਜ਼ ਜਿਹੜੇ ਸੀਗੇ ਉਹ ਸੈਂਸਿਟਿਵ ਸੀਗੇ ਇਸ ਇਸ਼ੂ ਨੂੰ ਲੈ ਕੇ। ਉਹ ਚਾਹੁੰਦੇ ਸੀਗੇ ਕਿ ਕਿਸਾਨ ਜਿਹੜੇ ਹੈਗੇ ਤਬਾਹ ਨਾ ਹੋਣ। ਉਹ ਇਹ ਵੀ ਚਾਹੁੰਦੇ ਸੀਗੇ ਕਿਸਾਨ ਜਿਹੜੇ ਹੈਗੇ ਆ ਚੰਗੀ ਤਰ੍ਹਾਂ ਜੋ ਉਹਨਾਂ ਦੀ ਕਮਾਈ ਹੈਗੀ ਆ ਉਹਨਾਂ ਦੀਆਂ ਜੇਬਾਂ ਤੱਕ ਪਹੁੰਚ ਜਾਵੇ। ਪਰ ਸਰਕਾਰਾਂ ਦਾ ਇਹੋ ਜਿਹਾ ਹਸ਼ਰ ਹੈ, ਉਸ ਤੋਂ ਬਾਅਦ ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਅੰਗਰੇਜ਼ੀ ਹਕੂਮਤ ਦੇ ਵਿੱਚ ਬਹੁਤ ਸਾਰਾ ਕਾਣ ਹੋਇਆ, ਅੰਗਰੇਜ਼ੀ ਹਕੂਮਤ ਨੇ ਡਿਕਟੇਟਰਸ਼ਿਪ ਕੀਤੀ, ਸਭ ਕੁਝ ਕੀਤਾ, ਪਰ ਇੱਕ ਤਾਂ ਫਾਇਦੇਮੰਦ ਜਿਹੜੀ ਗੱਲ ਸੀਗੀ ਉਹ ਇਹੀ ਸੀਗੀ ਕਿ ਉਹ ਕਿਸਾਨਾਂ ਦੇ ਬਾਰੇ ਸੋਚਦੀ ਤਾਂ ਸੀ। ਜੀ, ਬੇਸਿਕਲੀ ਜਿਹੜੇ ਅੰਗਰੇਜ਼ ਹੈ ਉਹ ਚਲਾਕ ਕਨਿੰਗ ਲੋਕ ਸੀਗੇ। ਉਹਨਾਂ ਨੂੰ ਪਤਾ ਸੀਗਾ ਕਿ ਕਿੱਥੇ ਤੱਕ ਜਾ ਸਕਦੇ ਔਰ ਕਿੱਥੋਂ ਵਾਪਸ ਮੁੜ ਆਉਣਾ। ਅੱਜ ਜੋ ਹਿੰਦੁਸਤਾਨ ਦੇ ਹਾਲਾਤ ਬਣੇ ਹੋਏ ਆ ਇਹ ਉਦੋਂ ਵੀ ਇਹੀ ਬਣ ਜਾਂਦੇ ਜੇ APMC ਐਕਟ ਨਾ ਆਉਂਦਾ। ਉਹਨਾਂ ਨੂੰ ਪਤਾ ਸੀਗਾ ਕਿ ਜੇ ਆਵਾਮ ਭੁੱਖਾ ਮਰੇਗਾ ਤੇ ਫਿਰ ਔਖਾ ਹੋ ਜਾਏਗਾ ਮੌਕੇ ਦੀ ਸਰਕਾਰ ਲਈ, ਜਿੱਦਾਂ ਅੱਜ ਔਖਾ ਹੋਇਆ। ਔਰ ਬੜੀ ਅਜੀਬ ਗੱਲ ਹੈ ਕਿ ਸਾਡੀ ਆਪਣੀ ਸਰਕਾਰ ਹੈ, ਸਾਡੇ ਦੁਆਰਾ ਚੁਣੀ ਗਈ ਹੈ। ਇਹ ਕਾਨੂੰਨ ਗੈਰ ਕਾਨੂੰਨੀ ਵੀ ਹੈਗੇ ਆ, ਕਿਉਂਕਿ ਇਹ ਜਿਹੜਾ ਸਬਜੈਕਟ ਹੈਗਾ ਐਗਰੀਕਲਚਰ, ਦਿਸ ਇਜ਼ ਨਾਟ ਸੈਂਟਰਸ ਸਬਜੈਕਟ। ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਸ ਵਿਸ਼ੇ ਤੇ ਕਾਨੂੰਨ ਬਣਾ ਹੀ ਨਹੀਂ ਸਕਦੀ। ਇਹ ਤਾਂ ਜਿਹੜਾ ਸੂਬਾ ਸਰਕਾਰ ਹੈ ਉਹਨਾਂ ਦਾ ਵਿਸ਼ਾ ਹੈ। ਇਹ ਕਹਿੰਦੇ ਆ ਕਿ ਅਸੀਂ ਜਿਹੜੀ APMC ਮੰਡੀ ਹੈ ਅਸੀਂ ਉਹ ਤੋੜੀ ਨਹੀਂ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਕਿ ਕੀ ਕੇਂਦਰ ਸਰਕਾਰ APMC ਮੰਡੀ ਤੋੜ ਸਕਦੀ ਹੈ? ਉਹ ਤੋੜ ਸਕਦੀ ਹੀ ਨਹੀਂ, ਕਿਉਂਕਿ ਉਹਨਾਂ ਦਾ ਵਿਸ਼ਾ ਹੀ ਨਹੀਂ ਹੈ। ਜਿੱਥੇ ਜਿੱਥੇ ਸਟੇਟ ਇਸ਼ੂ ਹੈ। ਐਗਜ਼ੈਕਟਲੀ, ਜਿੱਥੇ ਜਿੱਥੇ ਤੋੜ ਸਕਦੇ ਸੀ ਇਹਨਾਂ ਨੇ ਤੋੜਤੀਆਂ। ਫਿਰ ਅਗਲੀ ਗੱਲ, ਇਹ ਜਿਹੜਾ ਪ੍ਰੋਸੀਜਰਲੀ ਵੀ ਇਨਕਰੈਕਟ ਤਰੀਕੇ ਦੇ ਨਾਲ ਪਾਸ ਹੋਇਆ। ਇਹ ਇੱਕ ਪੂਰੀ ਪ੍ਰਕਿਰਿਆ ਹੈ ਕਿ ਜਿਹੜਾ ਕੋਈ ਵੀ ਬਿੱਲ ਹੈ ਇਹ ਕਾਨੂੰਨ ਕਿੱਦਾਂ ਬਣਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਆਪਣੇ ਮੂੰਹੋਂ ਕਹਿੰਦੇ ਆ, ਜਿਹੜੀ ਮੌਕੇ ਦੀ ਸਰਕਾਰ ਹੈ ਕੇਂਦਰ ਸਰਕਾਰ, ਇਹ ਆਪਣੇ ਮੂੰਹੋਂ ਕਹਿੰਦੀ ਹੈ ਕਿ ਇਹ ਜਿਹੜੇ ਕਾਨੂੰਨ ਹੈ ਅਸੀਂ ਕੋਈ ਨਵੇਂ ਨਹੀਂ ਲੈ ਕੇ ਆਉਂਦੇ। ਇਹਨਾਂ ਦੀ ਡਿਸਕਸ਼ਨ ਤਾਂ ਪਿਛਲੇ 12-15 ਸਾਲਾਂ ਤੋਂ ਚੱਲਦੀ ਹੈ। ਤੇ ਜੇ ਕੋਈ ਡਿਸਕਸ਼ਨ 12-15 ਸਾਲਾਂ ਤੋਂ ਚੱਲਦੀ ਹੈ ਤੇ ਹੁਣ 6 ਮਹੀਨਿਆਂ 'ਚ ਇੱਦਾਂ ਦੀ ਕਿਹੜੀ ਸੰਕਟ ਵਾਲੀ ਸਥਿਤੀ ਪੈਦਾ ਹੋ ਗਈ ਸੀ ਕਿ ਤੁਸੀਂ ਆਰਡੀਨੈਂਸ ਅਧਿਆਦੇਸ਼ ਜਾਰੀ ਕਰਤਾ। ਅਧਿਆਦੇਸ਼, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗੀ ਕਿ ਇਹ ਇੱਕ ਸਾਡੇ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਜੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਨਹੀਂ ਹੈਗੀ ਔਰ ਕੋਈ ਬਹੁਤ ਆਪਾਤਕਾਲੀਨ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਤੁਸੀਂ ਜਿਹੜੇ ਆਪਣੇ ਪ੍ਰੈਜ਼ੀਡੈਂਟ ਤੋਂ ਆਰਡਰਸ ਕਰਾ ਕੇ ਉਹ ਜਿਹੜਾ ਕਾਨੂੰਨ ਹੈ ਉਹਨੂੰ ਆਰਡੀਨੈਂਸ ਕਹਿੰਦੇ ਆ, ਉਹ ਲਾਗੂ ਕਰ ਸਕਦੇ ਹੋ। ਬਟ ਵਿਦਿਨ ਸਰਟਨ ਪੀਰੀਅਡ ਆਫ ਟਾਈਮ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਕਰਕੇ ਤੁਹਾਨੂੰ ਉਹਨੂੰ ਬਿੱਲ ਤੋਂ ਕਾਨੂੰਨ ਬਣਵਾਉਣਾ ਹੁੰਦਾ ਹੈ, ਲਾਅ ਬਣਵਾਉਣਾ ਹੁੰਦਾ ਹੈ। ਹੁਣ ਜੇ 12 ਸਾਲ 15 ਸਾਲ ਇੱਕ ਵਿਸ਼ੇ ਤੇ ਗੱਲਬਾਤ ਚੱਲ ਰਹੀ ਹੈ ਤੇ ਇਦਾਂ ਦੀ ਕਿਹੜੀ ਆਪਾਤਕਾਲੀਨ ਸਥਿਤੀ ਆ ਗਈ ਸੀ ਕਿ ਇਹ ਆਰਡੀਨੈਂਸ ਜਾਰੀ ਕਰਨਾ ਪਿਆ, ਨੰਬਰ 1। ਸੈਕੰਡਲੀ, ਇਹ ਜਦ ਬਿੱਲ ਲੋਕ ਸਭਾ ਦੇ ਵਿੱਚ ਗਿਆ, ਉੱਥੋਂ ਡਿਸਕਸ਼ਨ ਹੋਈ ਨਹੀਂ ਹੋਈ, ਲੈਟਸ ਲੀਵ ਇਟ, ਇਹ ਫਿਰ ਰਾਜ ਸਭਾ ਦੇ ਵਿੱਚ ਆਉਂਦਾ। ਦੇयर इज अ ਪ੍ਰੋਪਰ ਪ੍ਰੋਸੀਜਰ ਕਿ ਜਿਹੜਾ ਬਿੱਲ ਹੈ ਉਹ ਕਾਨੂੰਨ ਬਣਨ ਤੋਂ ਪਹਿਲੇ ਕਿਹੜੀਆਂ ਸਟੇਜਿਸ ਚੋਂ ਨਿਕਲੇਗਾ, ਉੱਤੇ ਡਿਸਕਸ਼ਨ ਹੋਏਗੀ, ਉੱਤੇ ਵੋਟਿੰਗ ਹੋਏਗੀ। ਅਸੀਂ ਵੋਟਿੰਗ ਤੇ ਆ ਜਾਈਏ। ਜਦ ਇਹ ਬਿੱਲ ਰਾਜ ਸਭਾ ਦੇ ਵਿੱਚ ਗਿਆ ਹੈ ਤੇ ਸੰਵਿਧਾਨ ਦੇ ਵਿੱਚ ਹੀ ਇਹ ਪ੍ਰੋਵੀਜ਼ਨਸ ਹੈਗੇ ਆ, ਉਹਨਾਂ ਦੇ ਜਿਹੜੇ ਰੂਲਸ ਹੈਗੇ ਆ ਉਹ ਇਹ ਕਹਿੰਦੇ ਆ ਕਿ ਸਭ ਤੋਂ ਪਹਿਲੇ ਵੌਇਸ ਵੋਟ ਹੋਏਗੀ ਤੇ ਜੇ ਵੌਇਸ ਵੋਟ ਦੇ ਵਿੱਚ ਇੱਕ ਵੀ ਬੰਦਾ ਆਬਜੈਕਸ਼ਨ ਕਰਦਾ ਹੈ ਤਾਂ ਦਿਸ ਇਜ਼ ਓਬਲੀਗੇਟਰੀ ਸਪੀਕਰ ਦੇ ਉੱਤੇ ਜਾਂ ਚੇਅਰਮੈਨ ਦੇ ਉੱਤੇ ਕਿ ਉਹਨੂੰ ਜਿਹੜਾ ਨੈਕਸਟ ਕੋਰਸ ਹੈਗਾ ਆ ਵੋਟਿੰਗ ਦਾ ਉਹ ਅਪਣਾਉਣਾ ਪਏਗਾ। ਇਹ ਜਦ ਬਿੱਲ ਦੀ ਰੌਲੇ ਦੇ ਵਿੱਚ ਪਾਸ ਹੋਇਆ, ਉੱਥੇ ਕੁਝ ਲੋਕਾਂ ਨੇ ਆਬਜੈਕਸ਼ਨ ਵੀ ਕੀਤੀ, ਕੁਝ ਮੈਂਬਰ ਪਾਰਲੀਮੈਂਟਸ ਨੇ, ਪਰ ਉਹ ਦੱਬ ਦਿੱਤੀ ਗਈ ਗੱਲ। ਉਹ ਜਿਹੜਾ ਨੈਕਸਟ ਉਹਦੇ ਉੱਤੇ ਪ੍ਰੋਵੀਜ਼ਨ ਹੈ ਉਹਦੇ ਉੱਤੇ ਗਏ ਹੀ ਨਹੀਂ ਉਹ। ਤੇ ਇਸ ਕਰਕੇ ਕਾਨੂੰਨ ਦੀ ਨਜ਼ਰ ਦੇ ਵਿੱਚ Clause 13 stands part of the bill. There is one amendment, number 14 by Sri Trichu Siva. Amendment moved. Those in favor, not moved by Trichu Siva. ਬਾਅਦ ਦੇ ਵਿੱਚ ਉਹਨਾਂ MPs ਨੂੰ ਸਸਪੈਂਡ ਵੀ ਕੀਤਾ ਗਿਆ। TMC ਦੇ ਸੀਗੇ, ਸੰਜੇ ਸਿੰਘ ਸੀਗੇ ਆਮ ਆਦਮੀ ਪਾਰਟੀ ਦੇ। ਜੀ। ਤੇ ਜੇ ਮੈਂ ਲੀਗਲੀ ਗੱਲ ਕਰਨੀ ਹੋਏ ਤੇ ਇਹਦਾ ਕਾਨੂੰਨ ਹਜੇ ਪਾਸ ਹੀ ਨਹੀਂ ਹੋਇਆ।
ਔਰ ਉਹ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਸਾਡਾ ਸੰਵਿਧਾਨ ਹੈ ਉਹਦੇ ਵਿੱਚ ਸੁਪਰੀਮ ਕੋਰਟ ਦੀਆਂ ਬਹੁਤ ਜੱਜਮੈਂਟਸ ਹੈ ਇਹਦੇ ਉੱਤੇ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਇਹ ਪੂਰਾ ਅਮੈਂਡ ਨਹੀਂ ਹੋ ਸਕਦਾ। ਕੁਝ ਪ੍ਰੋਵੀਜ਼ਨਸ ਸਾਡੇ ਭਾਰਤ ਦੇ ਸੰਵਿਧਾਨ ਦੇ ਇਦਾਂ ਦੇ ਹੈਗੇ ਕਿ ਉਹਨਾਂ 'ਚ ਸੰਸ਼ੋਧਨ ਨਹੀਂ ਹੋ ਸਕਦਾ, ਤੇ ਜਿਹੜਾ ਉਹਦਾ ਬੇਸਿਕ ਸਟਰਕਚਰ ਜਿਹਨੂੰ ਕਹਿੰਦੇ ਆ ਉਹਦੀ ਅਮੈਂਡਮੈਂਟ ਨਹੀਂ ਕੀਤੀ ਜਾ ਸਕਦੀ। ਤੇ ਜਿਹੜੀ ਪਾਵਰਸ ਦੀ ਬਾਈਫਰਕੇਸ਼ਨ ਹੈਗੀ ਹੈ ਸੈਂਟਰ ਔਰ ਸਟੇਟ ਦੇ ਵਿੱਚ, ਇਹ ਜਿਹੜਾ ਬੇਸਿਕ ਸਟਰਕਚਰ ਦਾ ਹਿੱਸਾ ਹੈ। ਤੇ ਤੁਸੀਂ ਸੰਵਿਧਾਨ ਨੂੰ ਪਾਸੇ ਰੱਖ ਕੇ ਇੱਕਦਮ ਉੱਪਰ ਦੀ ਹੋ ਕੇ ਕਾਨੂੰਨ ਬਣਾਤਾ। ਮੇਰੀ ਇਹ ਗੁਜ਼ਾਰਿਸ਼ ਹੈ ਕੇਂਦਰ ਸਰਕਾਰ ਨੂੰ ਕਿ ਸਾਨੂੰ ਦੱਸਣ ਇਹ ਕਿਹੜੇ ਕਾਨੂੰਨ ਦੀ ਕਿਹੜੀ ਪ੍ਰੋਵੀਜ਼ਨ ਹੈ ਜਿਹਦੇ ਅਧੀਨ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਕਨਸਟੀਟਿਊਸ਼ਨ ਤੋਂ ਉੱਤੇ ਹੋ ਜਾਂਦੀ ਹੈ। ਤੇ ਇੱਕ ਕਰੂਣਾ ਜੀ ਮੈਂ ਤੁਹਾਡੇ ਕੋਲ ਇਹ ਵੀ ਜਾਨਣਾ ਚਾਹਾਂਗਾ ਕਿ ਇਹ ਜਿਹੜੇ ਕਾਨੂੰਨ ਹੈਗੇ ਆ, ਹਾਲਾਂਕਿ ਜੋ ਖੇਤੀ ਹੈ ਐਗਰੀਕਲਚਰ ਹੈ ਉਹ ਸਟੇਟ ਦਾ ਇਸ਼ੂ ਹੈ, ਇਹ ਲੈ ਕੇ ਨਹੀਂ ਆ ਸਕਦੇ ਸੀਗੇ। ਫਿਰ ਚਲਾਕੀ ਜੋ ਇਹਨਾਂ ਨੇ ਕੀਤੀ, ਜਿਸ ਤਰ੍ਹਾਂ ਦੇ ਨਾਲ ਸ਼ਤਰੰਜ ਜਿਵੇਂ ਖੇਡੀ ਜਾਂਦੀ ਉਸੇ ਤਰੀਕੇ ਦੇ ਨਾਲ ਇਹ ਬਿਲਕੁਲ ਕਾਰਵਾਈ ਪਾਈ ਗਈ ਹੈ। ਇਹ ਟ੍ਰੇਡ ਬਣਾ ਕੇ ਲੈ ਕੇ ਆਏ, ਟ੍ਰੇਡ ਦਾ ਇਸ਼ੂ ਇਹਨਾਂ ਨੇ ਸਾਬਤ ਕੀਤਾ। ਉਹਨੂੰ ਥੋੜਾ ਜਿਹਾ ਦਰਸ਼ਕਾਂ ਨੂੰ ਜੇ ਸਮਝਣ ਦੇ ਵਿੱਚ ਆਸਾਨੀ ਹੋਵੇ ਕਿ ਇਹ ਕਿਸ ਤਰ੍ਹਾਂ ਹੋਇਆ, ਇਹ ਕਿਉਂ ਨਹੀਂ ਹੋ ਸਕਦਾ ਸੀਗਾ, ਤੇ ਫਿਰ ਇਹਨਾਂ ਨੇ ਕਿਸ ਤਰ੍ਹਾਂ ਆਪਣੀ ਸਾਜ਼ਿਸ਼ ਘੜੀ, ਉਹਦੇ ਬਾਰੇ ਦੱਸੋ ਜੀ। ਅਸੀਂ ਜਦ ਇਹ ਕਾਨੂੰਨ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ ਤੇ ਇਹਦੇ ਵਿੱਚ ਇਹਨਾਂ ਨੇ ਫਾਰਮਰ ਦਾ ਨਾਮ ਵਰਤ ਕੇ ਉਹਦੀ ਓੜ ਦੇ ਵਿੱਚ ਟ੍ਰੇਡਰਸ ਨੂੰ ਹਰ ਸਹੂਲਤ ਦਿੱਤੀ ਹੈ। ਜਿੱਦਾਂ ਕਿ ਇਹ ਲਿਖਦੇ ਹੈ ਕਿ ਜਿਹੜਾ ਫਾਰਮਰ ਔਰ ਟ੍ਰੇਡਰ ਨੂੰ ਇਹ ਆਜ਼ਾਦੀ ਹੋਏਗੀ ਕਿ ਉਹ ਜਿਹੜੀ ਖੇਤੀ ਦੀ ਉਪਜ ਹੈਗੀ ਆ ਉਹਦੀ ਖਰੀਦੋ ਫਰੋਖਤ ਕਿਤੇ ਵੀ ਕਰ ਸਕਦੇ ਹਨ। ਹੁਣ ਇਹ ਸਮਝਣ ਵਾਲੀ ਗੱਲ ਹੈ ਕਿ ਫਾਰਮਰ ਨੂੰ ਤਾਂ ਇਹ ਆਜ਼ਾਦੀ ਆਲਰੇਡੀ ਸੀਗੀ ਅੰਡਰ APMC ਐਕਟ, ਜਿਹੜੇ APMC ਐਕਟ ਹੈਗੇ ਆ। ਕਿਹਨੂੰ ਨਹੀਂ ਸੀਗੀ? ਵਪਾਰੀ ਨੂੰ ਨਹੀਂ ਸੀਗੀ, ਤੇ ਵਪਾਰੀ ਨੂੰ ਇਹਨਾਂ ਨੇ ਹੁਣ ਇਹਦੇ ਵਿੱਚ ਦੇ ਦਿੱਤੀ। ਔਰ ਇੱਕ ਸਮਝਣ ਵਾਲੀ ਗੱਲ ਇੱਥੇ ਹੋਰ ਹੈ ਕਿ ਜਦ ਇੱਕ ਟ੍ਰੇਡਰ ਕਿਸੇ ਕਿਸਾਨ ਤੋਂ ਉਹਦੀ ਉਪਜ ਚੱਕਦਾ ਹੈ, ਉਹ ਉਪਜ ਜਿਹੜੀ ਉਸ ਕਿਸਾਨ ਦੁਆਰਾ ਪੈਦਾ ਕੀਤੀ ਗਈ ਹੈ, ਜਿਹੜੀ ਉਹਦਾ ਪ੍ਰੋਡਿਊਸ ਹੈ, ਉਹ ਟ੍ਰੇਡ ਨਹੀਂ ਗੀ, ਉਹ ਮਾਰਕੀਟਿੰਗ ਹੈ। ਤੇ ਜਦੋਂ ਉਸ ਵਪਾਰੀ ਨੇ ਗਾ ਉਹਨੂੰ ਵੇਚਣਾ ਹੈ, ਕਿਸੇ ਹੋਰ ਨੇ ਉਹ ਵਪਾਰੀ ਤੋਂ ਖਰੀਦਣੀ ਹੈ, ਉਹ ਟ੍ਰੇਡ ਹੈ। ਉਹ ਜਿਹੜਾ ਟ੍ਰੇਡ ਹੈ ਉਹ ਜ਼ਰੂਰ ਇਹਨਾਂ ਦਾ ਵਿਸ਼ਾ ਹੈ, ਪਰ ਜਦ ਫਾਰਮਰ ਨੇ ਆਪਣੀ ਚੀਜ਼ ਦੇਣੀ ਹੈ, that is marketing of the agriculture produce, ਉਹ ਜਿਹੜਾ ਹੈ that is a state subject। ਖੇਤੀ ਕਾਨੂੰਨਾਂ ਦੀ ਅਸਲ ਹਕੀਕਤ ਤੇ ਤਾਨਾਸ਼ਾਹੀ ਦਾ ਜ਼ੋਰ ਕਿ ਦੇਸ਼ ਦੇ ਕਿਸਾਨਾਂ ਨੂੰ ਬਣਾਇਆ ਜਾ ਰਿਹਾ ਹੈ ਕਮਜ਼ੋਰ। ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੋਂ ਦੂਰ ਜਿੱਥੇ ਹੋਵੇਗੀ ਸਿੱਧੀ ਤੇ ਦੋ ਟੁਕ ਖੇਤੀ ਕਾਨੂੰਨਾਂ ਦੀ ਅਸਲ ਕੋਖ, ਗਿਆਨ ਦੀਆਂ ਗੱਲਾਂ ਤੇ ਜੇ ਹੁਣ ਵੀ ਸ਼ਿਕੰਜਾ ਕੱਸਿਆ ਨੇ, ਫੇਰ ਨਾ ਕਹਿਣਾ ਦੱਸਿਆ ਨਹੀਂ। ਫੇਰ ਨਾ ਕਹਿਣਾ ਦੱਸਿਆ ਨਹੀਂ ਦੇ ਵਿੱਚ ਅੱਜ ਗੱਲ ਕਰਾਂਗੇ APMC ਮੰਡੀਆਂ ਦੇ ਇਤਿਹਾਸ ਦੀ। ਵਪਾਰੀ ਹੱਥੋਂ ਕਿਸਾਨਾਂ ਦਾ ਸ਼ੋਸ਼ਣ ਹੋਣ ਤੋਂ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਕਿਸਾਨਾਂ ਨੂੰ ਬਚਾਇਆ ਸੀ, ਕਿਸ ਤਰ੍ਹਾਂ ਵਪਾਰੀ ਕਿਸਾਨਾਂ ਨੂੰ ਲੁੱਟਦੇ ਰਹੇ, ਕਿ ਵਪਾਰੀ ਕਿਸਾਨਾਂ ਦੀ ਜ਼ਮੀਨ ਤੇ ਕਰ ਸਕਦੇ ਹਨ ਕਬਜ਼ਾ। ਰਾਜ ਦੀਆਂ ਸਰਕਾਰਾਂ ਦੀ ਕਾਨੂੰਨਾਂ ਅੱਗੇ ਕਿਉਂ ਨਹੀਂ ਚੱਲਦੀ, ਰਾਇਲ ਕਮਿਸ਼ਨ ਦਾ ਕਿਉਂ ਕੀਤਾ ਗਿਆ ਸੀ ਗਠਨ, ਕਾਨੂੰਨਾਂ ਦੇ ਸਹਾਰੇ ਕਿਸ ਤਰ੍ਹਾਂ ਵਪਾਰੀ ਕਿਸਾਨਾਂ ਨੂੰ ਲੁੱਟ ਸਕਦਾ ਹੈ। ਹੋਰ ਵੀ तमाम ਬਰੀਕੀਆਂ ਨੂੰ ਨੇੜਿਓਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਪੇਸ਼ੇ ਤੋਂ ਇੱਕ ਵਕੀਲ ਤੇ ਇੰਡੋ ਟਿਬੇਟਨ ਬਾਰਡਰ ਪੁਲਿਸ ਫੋਰਸ ਦੀ ਸਾਬਕਾ ਡਿਪਟੀ ਜੱਜ ਅਟਾਰਨੀ ਜਨਰਲ ਰਹਿ ਚੁੱਕੀ ਕਰੁਣਾਜੀਤ ਕੌਰ ਦੇ ਨਾਲ ਇਹਨਾਂ ਕਾਨੂੰਨਾਂ ਦੇ ਉਹਨਾਂ ਪਹਿਲੂਆਂ ਤੇ ਨਜ਼ਰ ਦੌੜਾਵਾਂਗੇ ਜਿਨ੍ਹਾਂ ਤੋਂ ਤੁਸੀਂ ਬੇਖਬਰ ਰਹਿੰਦੇ ਹੋ।